ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖੈਰਾ ਸਾਹਿਬ, ਕਾਬੁਲ ਦੀ ਧਰਤੀ ਦੇ ਉੱਤੇ ਇੱਕ ਘਟਨਾ ਹੋਈ, ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਉੱਥੋਂ ਦੇ ਜਿਹੜੇ ਅੱਤਵਾਦੀ ਸੰਗਠਨ ਨੇ ਇਸਲਾਮਿਕ ਸਟੇਟਸ ਦੇ, ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਨਾਲ ਉਹ ਕਹਿ ਰਹੇ ਨੇ ਕਿ ਜੋ ਪੈਗੰਬਰ ਮੁਹੰਮਦ ਸਾਹਿਬ ਦੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਭਾਜਪਾ ਦੇ ਆਗੂਆਂ ਨੇ ਕੁਝ ਦਿਨ ਪਹਿਲਾਂ, ਉਸ ਦਾ ਅਸੀਂ ਬਦਲਾ ਲਿੱਤਾ ਹੈ ਔਰ ਇਸ ਕਰਕੇ ਅਸੀਂ ਹਮਲਾ ਕੀਤਾ ਹੈ ਗੁਰਦੁਆਰਾ ਸਾਹਿਬ ਦੇ ਉੱਤੇ। ਅੱਛਾ, ਪਹਿਲਾਂ ਤਾਂ ਜਿਹੜੀ ਗੱਲ ਹੋਈ ਆ ਬਹੁਤ ਮੰਦਭਾਗੀ ਘਟਨਾ ਆ ਔਰ ਇਹ ਪਹਿਲੀ ਘਟਨਾ ਨਹੀਂ ਹੈਗੀ ਕਾਬੁਲ ਦੇ ਵਿੱਚ। ਪਹਿਲਾਂ ਵੀ ਹੋਈਆਂ ਨੇ, ਪਹਿਲਾਂ ਵੀ ਘਟਨਾ ਹੋਈਆਂ ਨੇ, ਪਰ ਫਿਰ ਇਹ ਵੀ ਕਲੀਅਰ ਹੋ ਜਾਣਾ ਚਾਹੀਦਾ ਤਾਲਿਬਾਨ ਨੂੰ ਕਿ ਜਿਨ੍ਹਾਂ ਨੇ ਇਹ ਕੀਤਾ ਨੂਪੁਰ ਨੇ। ਕਿਉਂਕਿ ਜਦੋਂ ਅਸੀਂ ਧਰਮਾਂ ਦੀ ਗੱਲ ਕਰਦੇ ਹਾਂ ਨਾ, ਜੇ ਤੁਸੀਂ ਧਰਮਾਂ ਨੂੰ ਲੈ ਕੇ ਇੰਨੇ ਸੈਂਸਿਟਿਵ ਹੋ, ਤੁਹਾਨੂੰ ਇਹ ਪਤਾ ਹੋਗਾ ਕਿ ਸਿੱਖ ਤੇ ਹਿੰਦੂ ਦੋ ਅਲੱਗ-ਅਲੱਗ ਹੋ ਜਾਂਦੇ ਆ, ਦੋ ਅਲੱਗ-ਅਲੱਗ ਡਿਸਟਿੰਗੁਇਸ਼ਡ ਜਿਹੜੀਆਂ ਸਾਈਟਸ ਨੇ। ਇੰਨਾ ਕੁ ਤਾਂ ਪਤਾ ਹੁੰਦਾ ਆ। ਇਹ ਕੋਈ ਪਹਿਲੀ ਵਾਰ ਨਹੀਂ ਹੈ। ਫਿਰ ਜਿਹੜੇ ਤੁਸੀਂ ਪਹਿਲੇ ਕੀਤੇ ਸੀ ਉਹ ਕਿਹੜੇ ਨੂਪਰ ਨੂੰ ਬਦਲਾ ਲੈਣ ਲਈ ਦਿੱਤੇ ਸੀਗੇ? ਬਿਲਕੁਲ ਸਹੀ। ਤੁਸੀਂ ਸਿੱਖਾਂ ਦੇ ਉੱਤੇ ਹਮਲਾ ਕਰਦੇ ਨੇ, ਉਹ ਕਿਹੜੀ ਨੂਪਰ ਨੇ ਉਦੋਂ ਕੀਤੀ ਸੀ? ਇਹਦਾ ਦਰਅਸਲ ਇਹ ਹੈ ਕਿ ਤੁਸੀਂ ਐਵੇਂ ਵੀ ਅਸੀਂ ਹਮਲਾ ਕਰ ਦਿੱਤਾ, ਹੁਣ ਸਾਡੇ ਕੋਲ ਇੱਕ ਮੋਟਿਵ ਹੈ, ਬਸ ਉਸ ਗੱਲ ਨੂੰ ਕਹਿ ਦਿੱਤਾ। ਜੋ ਹੋਇਆ ਬਹੁਤ ਗਲਤ ਹੋਇਆ ਔਰ ਘੱਟ ਗਿਣਤੀ ਦੇ ਨਾਲ ਪਤਾ ਨਹੀਂ ਕਿਉਂ ਅਸੀਂ ਇਹ ਅਫਗਾਨਿਸਤਾਨ ਤੇ ਚਲੋ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਇਹ ਇੱਕ ਉੱਦਾਂ ਦੀ ਸਟੇਟ ਹੈ ਜਿੱਥੇ ਕਿ ਤਾਲਿਬਾਨ ਦਾ ਰਾਜ ਹੈ। ਹਾਂਜੀ, ਪਰ ਬਹੁਤ ਸਾਰੀਆਂ ਸਟੇਟਸ ਇੱਦਾਂ ਦੀਆਂ ਵੀ ਨੇ ਜਿੱਥੇ ਤਾਲਿਬਾਨ ਨਹੀਂ ਹੈਗਾ, ਪਰ ਫਿਰ ਵੀ ਉੱਥੇ ਘੱਟ ਗਿਣਤੀਆਂ ਦੇ ਮਸਲੇ ਕੁਝ ਹੋਰ ਨੇ। ਪਾਕਿਸਤਾਨ ਦੀ ਗੱਲ ਕਰ ਲਓ, ਇਜ਼ਰਾਈਲ ਦੀ ਗੱਲ ਕਰ ਲੈਣਾ, ਬਹੁਤ ਸਾਰੇ ਹੋਰ ਮੁਲਕ ਨੇ ਜਿੱਥੇ, ਅਮਰੀਕਾ ਦੀ ਗੱਲ ਕਰ ਲਓ, ਕੈਨੇਡਾ ਦੀ ਗੱਲ ਕਰ ਲਓ, ਜਿੱਥੇ ਪੰਜਾਬੀ ਘੱਟ ਗਿਣਤੀ 'ਚ ਆ ਨਾ। ਅਤੇ ਇਹ ਇੱਕ ਤਰੀਕੇ ਦੇ ਨਾਲ ਜਿੱਥੇ ਜਿੱਥੇ ਘੱਟ ਗਿਣਤੀ ਹੈ ਨਾ, ਉੱਥੇ ਇੱਕ ਮੈਂ ਤੁਹਾਨੂੰ ਦੱਸਦਾ ਸੰਜੀਵ ਜੀ, ਨਾ ਤਰੀਕਾ ਹੀ ਹੁੰਦਾ ਕਿ ਇਹਨਾਂ ਦੇ ਸਮੇਂ ਤੋਂ ਸਮੇਂ ਨਾ ਹਮਲਾ ਕਰ ਦਿਓ, ਡਰਾ ਕੇ ਰੱਖ ਦਿਓ, ਜਦ ਕਿ ਉਹ ਕੁਛ ਨਹੀਂ ਸਕਦੇ ਘੱਟ ਗਿਣਤੀ ਵਾਲੇ, ਕਿਉਂਕਿ ਉਹ ਪਹਿਲਾਂ ਹੀ ਘੱਟ ਆ। ਕਾਬੁਲ ਦੀ ਘਟਨਾ ਜਿਹੜੀ ਹੈ ਇਹ ਕਿਤੇ ਨਾ ਕਿਤੇ ਇਹਦਾ ਮਸਲੇ ਦਾ ਹੱਲ ਇਹੀ ਹੈ ਕਿ ਉਹਨਾਂ ਨੂੰ ਮਾਈਗਰੇਟ ਕੀਤਾ ਜਾਵੇ ਉੱਥੋਂ ਸਿੱਖਾਂ ਨੂੰ, ਕਿਉਂਕਿ ਹੁਣ ਉੱਥੇ ਗਿਣਤੀ ਦੇ ਬਹੁਤ ਘੱਟ ਸਿੱਖ ਰਹਿ ਗਏ ਨੇ ਅਤੇ ਉਹਨਾਂ ਨੂੰ ਮਾਈਗਰੇਟ ਕਰਕੇ ਇੱਥੇ ਲਿਆ ਜਾ ਸਕਦਾ। ਉਹ ਜਗ੍ਹਾ ਹੈ ਕਾਬੁਲ ਕੰਧਾਰ, ਜਦੋਂ ਆਪਾਂ ਕਹਿੰਦੇ ਹਾਂ ਨਾ, ਜਿੱਥੇ ਬਾਬਾ ਨਾਨਕ ਨੇ ਉਦਾਸੀ ਵੀ ਕੀਤੀ ਹੈ। ਸੋ ਇਸ ਕਰਕੇ ਉਹ ਲੋਕ ਜਿਹੜੇ ਨੇ ਉੱਥੇ ਸਿੱਖ ਸਾਜੇ ਔਰ ਮਾਨਤਾ ਵੀ ਉੱਥੇ ਮਾਨਤਾ ਵੀ ਹੈ, ਸਭ ਕੁਝ ਸਹੀ ਹੈ। ਪਰ ਜੇ ਆਪਾਂ ਇਹਨਾਂ ਦੇ ਪੁਆਇੰਟ ਆਫ ਵਿਊ ਨੂੰ ਵੀ ਦੇਖੀਏ ਤਾਂ ਇਹ ਤਾਂ ਕੋਈ ਗੱਲ ਨਾ ਬਣੀ ਕਿ ਜੇ ਉਹਨਾਂ ਨੇ ਕਿਸੇ ਬੰਦੇ ਨੇ ਕੁਝ ਗਲਤ ਬੋਲ ਦਿੱਤਾ ਤੇ ਤੁਸੀਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿਓ ਜੀ। ਹਾਲਾਂਕਿ ਇਸ ਮਾਮਲੇ ਦੇ ਉੱਤੇ ਤਹਿਕੀਕਾਤ ਵੀ ਹੋ ਰਹੀ ਹੈ ਭਾਰਤ ਦੇ ਵਿੱਚ ਔਰ FIRs ਵੀ। ਅੱਛਾ, ਜੋ ਮਰਜ਼ੀ ਕਰ ਲਓ ਤੁਸੀਂ, ਇੰਟਰਨੈਸ਼ਨਲ ਟ੍ਰੀਟੀ ਦੇ ਉੱਤੇ ਗੱਲ ਕਰ ਲਿਓ, ਪਰ ਇਹ ਮਸਲੇ ਦੇ ਉੱਤੇ ਦੇਖੋ ਸੰਜੀਵ ਜੀ, ਪਹਿਲਾਂ ਵੀ ਆਪਾਂ ਉਹੀ ਕਹਿੰਦੇ ਵੀ ਇਹ 'ਤੇ ਗੱਲ ਕਰਕੇ ਫਾਇਦਾ ਸ਼ਾਇਦ ਕੁਝ ਨਾ ਹੋਵੇ, ਕਿਉਂਕਿ ਉਹ ਇੱਕ ਧਾਰਮਿਕ ਸਟੇਟ ਆ ਔਰ ਇਸ ਤੋਂ ਵੀ ਮੰਜ਼ਰ ਪੂਰੇ ਦੇਖੇ ਆ ਉੱਥੇ ਲੋਕਾਂ ਨੇ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਨਸਾਨੀ ਜਾਨਾਂ ਦੀ ਕੀਮਤ ਹੈ ਔਰ ਕੋਈ ਵੀ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਦੀ ਜਾਨ ਲਈ ਜਾਵੇ। ਉੱਥੇ ਵੀ ਜਾਨਾਂ ਗਈਆਂ ਨੇ ਔਰ ਇੱਕ ਸਿੱਖ ਬਜ਼ੁਰਗ, ਉਹਨਾਂ ਦੀ ਵੀ ਜਾਨ ਗਈ ਹੈ ਔਰ ਉਹਨਾਂ ਦਾ ਸੰਸਕਾਰ ਹੈ ਹੁਣ ਭਾਰਤ ਦੇ ਵਿੱਚ, ਉਹਨਾਂ ਦੀ ਬਾਡੀ ਲਿਆਂਦੀ ਗਈ ਹੈ। ਸੋ ਇਸਲਾਮ ਵੀ ਕਦੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕਿਸੇ ਦੀ ਜਾਨ ਲੈ ਲਈਏ। ਖੈਰ, ਜੋ ਹੋਇਆ ਹੈ ਮੰਦਭਾਗਾ ਹੈ, ਬਟ ਇਸ ਦਾ ਖਾਮਿਆਜ਼ਾ ਜੋ ਇੱਦਾਂ ਦੀਆਂ ਸਟੇਟਮੈਂਟਸ ਜਾਰੀ ਹੁੰਦੀਆਂ ਨੇ, ਤੁਹਾਡੀ ਗੱਲ ਵੀ ਠੀਕ ਹੈ ਕਿ ਪਹਿਲਾਂ ਵੀ ਕਈ ਹਮਲੇ ਹੋਏ ਨੇ, ਕਿਸੇ ਤਰ੍ਹਾਂ ਦੀ ਘਟਨਾਵਾਂ ਵਾਪਰੀਆਂ ਨੇ, ਉਹਦੇ ਪਿੱਛੇ ਕੀ ਕਾਰਨ ਸੀਗੇ, ਇਹ ਵੀ ਘੱਟ ਗਿਣਤੀ ਵਾਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਦੂਸਰੀ ਇਹ ਵੀ ਬੜੀ ਅਜੀਬ ਜੀ ਘਟਨਾ ਹੈ ਕਿ ਜੋ ਲੋਕ ਰਾਜਨੀਤੀ ਦੇ ਵਿੱਚ ਆਗੂ ਨੇ, ਜਿਨ੍ਹਾਂ ਨੂੰ ਪਬਲਿਕ ਦੇ ਵਿੱਚ ਬੁਲਾਰੇ ਬਣਾ ਕੇ ਬਿਠਾਉਂਦੀਆਂ ਨੇ ਰਾਜਨੀਤਿਕ ਪਾਰਟੀਆਂ, ਉਹਨਾਂ ਨੂੰ ਕਮ ਸੇ ਕਮ ਬੇਸਿਕ ਸਮਝ ਤੇ ਹੋਣੀ ਚਾਹੀਦੀ ਹੈ ਸੰਵਿਧਾਨ ਦੀ ਕਿ ਸੰਵਿਧਾਨ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਧਰਮ ਦੇ ਉੱਤੇ, ਕਿਸੇ ਵੀ ਧਰਮ ਦੇ ਉੱਤੇ, ਕਿਸੇ ਪੈਗੰਬਰ ਦੇ ਉੱਤੇ ਕੋਈ ਗੱਲ ਕਰੀਏ, ਕਿਉਂਕਿ ਧਰਮ ਸਾਰੇ ਇਕੁਅਲਸ ਨੇ ਔਰ ਇਹ ਸਾਰੇ ਪ੍ਰਾਈਵੇਟ ਮਾਮਲੇ ਨੇ। ਧਰਮ ਪ੍ਰਾਈਵੇਟ ਮਾਮਲਾ ਹੈ, ਪਬਲਿਕਲੀ ਨਹੀਂ ਉਛਾਲਿਆ ਜਾ ਸਕਦਾ। BJP ਦਾ ਤਾਂ ਇਹੀ ਗੱਲ ਹੋ ਗਿਆ। BJP ਦੇ ਲੀਡਰ ਜਿਹੜੇ ਨੇ, ਜਿਹੜੇ 4-5 ਲੀਡਰ ਉਹਨਾਂ ਰੱਖੇ ਹੋਏ ਥੱਲੇ ਵਾਲੇ, ਉਹ ਕੁਝ ਵੀ ਕਹਿ ਦਿੰਦੇ ਆ। ਉਹਨਾਂ ਦੀ ਇਮੇਜ ਇੱਦਾਂ ਦੀ ਸੈੱਟ ਕੀਤੀ ਆ ਵੀ ਉਹ ਕੁਝ ਵੀ ਕਹਿ ਲਓ, ਫਿਰ ਦੂਸਰੇ ਦਿਨ ਉਹ ਕਹਿੰਦੇ ਆ ਕਿ ਮੈਂ ਮਾਫੀ ਮੰਗ ਲੈਣਾ, ਮੈਂ ਆਪਣਾ ਸ਼ਬਦ ਵਾਪਸ ਲੈ ਲੈਣਾ। ਹਾਲਾਂਕਿ ਨੂਪਰ ਨੇ ਤਾਂ ਇੱਦਾਂ ਦਾ ਕੁਝ ਵੀ ਨਹੀਂ ਕੀਤਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਨੂਪਰ ਦੇ ਮਾਮਲੇ ਦੇ ਵਿੱਚ ਕਿਸੇ ਸੀਨੀਅਰ ਨੇਤਾ ਦੀ ਵੀ ਕੋਈ ਵੱਡੀ ਸਟੇਟਮੈਂਟ ਨਹੀਂ ਆਈ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਹੋਵੇ ਤਾਂ ਕੰਟਰੀ ਦਾ ਰਾਜਾ, ਕਿਸੇ ਦੇਸ਼ ਦਾ ਰਾਜਾ ਹੋਵੇ, ਉਹਦੀ ਪ੍ਰਜਾ ਦੇ ਵਿੱਚ ਹਾਹਾਕਾਰ ਮਚੀ ਹੋਵੇ ਅਤੇ ਰਾਜਾ ਜਿਹੜਾ ਉਹ ਇੱਕ ਝੂਠਿਓਂ ਸੱਚੇ ਵੀ ਨਾ ਕੋਈ ਗੱਲ ਕਵੇ, ਚੁੱਭਦੀ ਤਾਂ ਹੈ ਲੋਕਾਂ ਨੂੰ। ਹੁਣ ਇਹ ਚੁਭੂਗੀ ਜੀ, ਉਹਨਾਂ ਨੂੰ ਵੀ ਚੁਭਣ ਡਈ ਹੈ ਜਿਨ੍ਹਾਂ ਦੇ ਉੱਤੇ ਕੰਮ ਕੀਤਾ। ਜਿੱਦਾਂ ਹੁਣ ਆਹ ਗੱਲ ਕਰ ਲਈਏ, ਜਦੋਂ ਕਿਸਾਨੀ ਅੰਦੋਲਨ ਸੀਗਾ ਨਾ, ਆਪਾਂ ਨੂੰ ਇਹ ਨਹੀਂ ਸੀਗਾ ਵੀ ਕਿਸਾਨੀ ਅੰਦੋਲਨ ਦੇ ਵਿੱਚ ਕਾਨੂੰਨ ਵਾਪਸ ਹੋਣਗੇ ਕਿ ਨਹੀਂ ਹੋਣਗੇ। ਆਪਾਂ ਨੂੰ ਇਹ ਸੀਗਾ ਕਿ
ਨਰਿੰਦਰ ਤੋਮਰ ਬੈਠਕਾਂ ਦੇ ਵਿੱਚ ਲਗਾਤਾਰ ਕਹਿਣ ਡਿਆ ਵੀ ਚਲੋ ਸਾਡੇ ਕੋਲ ਕੁਝ ਗਲਤੀਆਂ ਹੋ ਗਈਆਂ। ਹੂੰ ਜੇ ਇਹ ਗਲਤੀਆਂ ਸੀ ਤਾਂ ਸਾਡਾ ਰਾਜਾ ਕਿਉਂ ਨਹੀਂ ਬੋਲ ਰਿਹਾ ਸੀਗਾ? ਸਹੀ ਰਾਜਾ ਕਿਉਂ ਨਹੀਂ ਬੋਲਿਆ? ਰਾਜਾ ਫਿਰ ਇੱਕ ਪਾਰਟਿਕੂਲਰ ਸੈੱਟ ਮੁੱਦੇ ਤੇ ਆਇਆ। ਬਾਬੇ ਨਾਨਕ ਦੇ ਜਦੋਂ ਪ੍ਰਕਾਸ਼ ਉਹਨਾਂ ਦਾ ਸੀਗਾ ਦਿਹਾੜਾ ਸੀਗਾ, ਉਸ ਦਿਨ ਆਇਆ। ਇਹ ਮੀਡੀਆ ਜਿਹਨੂੰ ਕਹਿੰਦੇ ਅਸੀਂ ਕਹਿੰਦੇ ਲੌਬਿੰਗ ਕੀਤੀ ਹੋਈ ਸੀਗੀ, ਹੈ ਨਾ, ਵੀ ਉਸ ਦਿਨ ਫਿਰ ਕਹਿਤਾ ਜੀ ਕਾਨੂੰਨ ਵਾਪਸ ਲੈਣੇ ਆ, ਨਾਲੇ ਜਿੱਤ ਲਿਆ ਜਿੱਲ ਤੇ ਨਾਲੇ ਉਸ ਮੌਕੇ ਤੇ ਚੌਕਾ ਵੀ ਜਿਵੇਂ ਰਾਜਨੀਤਾ ਕਰਦੇ ਆ। ਅੱਛਾ, ਮੈਨੂੰ ਇਹ ਸਮਝ ਨਹੀਂ ਆਉਂਦੀ, ਮੈਂ ਨੋਟਿਸ ਬਾਅਦ ਚੋਂ ਕੀਤਾ, ਅੱਜ ਤੁਸੀਂ ਵੀ ਦਸਤਾਰ ਸਜਾ ਕੇ ਆਏ ਆ, ਕਿਵੇਂ ਹਿਰਦੇ ਪਰਿਵਰਤਨ ਹੋਇਆ? ਅੱਜ ਪਹਿਲੇ ਦਿਨ ਆਪਾਂ ਮਿਲਾਂ ਦਾ ਇਦਾਂ ਬੈਠੇ ਆ। ਪਹਿਲੇ ਦਿਨ ਪਰਿਵਰਤਨ ਤੁਸੀਂ ਦੇਖ ਰਹੇ ਹੋ, ਲੇਕਿਨ ਮੈਂ ਪਿਛਲੇ 2 ਦਿਨਾਂ ਤੋਂ ਮੈਂ ਬਣ ਰਿਹਾ। ਅੱਛਾ। ਐਕਚੁਅਲੀ ਮੇਰੇ ਪਰਿਵਾਰ ਦੀ ਪਰੰਪਰਾ ਹੈ ਬਜ਼ੁਰਗਾਂ ਤੋਂ ਹੀ, ਠੀਕ ਹੈ, ਕਿ ਜੋ ਪਰਿਵਾਰ ਦਾ ਵੱਡਾ ਬੇਟਾ ਹੈ ਉਹ ਹਮੇਸ਼ਾ ਸਿੱਖ ਸੱਜਦਾ ਹੈ। ਤੇ ਵਿੱਚ ਚੇਂਜ ਆਈ, ਪਿਤਾ ਜੀ ਤੋਂ ਚੇਂਜ ਆਈ, ਕਿਉਂਕਿ ਉਹ ਬਾਹਰਲੇ ਮੁਲਕਾਂ 'ਚ ਜਾ ਕੇ ਸੈੱਟ ਹੋਏ ਤੇ ਫਿਰ ਥੋੜਾ ਕਲਚਰ ਦਾ ਵੀ ਅਸਰ ਹੁੰਦਾ ਹੈ। ਫਰਕ ਪੈ ਗਿਆ। ਦਾਦਾ ਜੀ ਤੱਕ ਤੇ ਸਭ ਚੱਲਦਾ ਰਿਹਾ, ਵੱਡਾ ਬੇਟਾ ਸਿੱਖ ਬਣਦਾ ਰਿਹਾ, ਕਿਉਂਕਿ ਦਾਦਾ ਜੀ ਵਿਚਕਾਰਲੇ ਸੀ ਤੇ ਜਿਹੜੇ ਤਾਊ ਦਾਦਾ ਜੀ ਸੀ, ਮੇਰੇ ਤਾਇਆ ਦਾਦਾ ਜੀ, ਉਹਨਾਂ ਦੇ ਵੱਡੇ ਭਾਈ ਸਾਹਿਬ, ਉਹ ਸਿੱਖ ਸਜੇ ਨੇ। ਪਰ ਪਿਤਾ ਜੀ ਤੋਂ ਪਰਿਵਰਤਨ ਹੋਇਆ। ਹੁਣ ਫਿਰ ਮੇਰੇ ਤੋਂ ਫਿਰ ਮਾਤਾ ਜੀ ਨੇ ਕਿਹਾ ਕਿ ਨਹੀਂ, ਫਿਰ ਤੋਂ ਆਪਣੀ ਪਰੰਪਰਾ ਦੇ ਨਾਲ ਜੁੜੋ, ਜੋ ਸਾਡੀ ਸਿੱਖ ਪਰੰਪਰਾ ਹੈ। ਤਾਂ ਕਿਉਂਕਿ ਮੈਂ ਇਕਲੌਤਾ ਹਾਂ, ਇਸ ਕਰਕੇ ਮੈਂ ਹੀ ਵੱਡਾ, ਮੈਂ ਹੀ ਛੋਟਾ। ਓਕੇ। ਸੋ ਮੈਂ ਫਿਰ ਦਸਤਾਰ ਸਜਾ ਰਿਹਾ। ਅੱਛਾ, ਮਤਲਬ ਮੁੜ ਕੇ ਆ ਗਏ ਵਤਨਾਂ ਨੂੰ, ਹੈ ਨਾ, ਮੁੜ ਕੇ ਆ ਗਏ, ਪਰਿਵਾਰ ਦੀ ਪਰੰਪਰਾ ਵੱਲ ਆ ਗਏ। ਹੁਣ ਇਹਨੂੰ ਐਂ ਹੀ ਨਿਭਾਓਗੇ? ਇਦਾਂ ਹੀ ਨਿਭਾਉਣਾ ਹੈ। ਬਹੁਤ ਬਹੁਤ ਚੰਗੀ ਗੱਲ, ਮੈਨੂੰ ਸੁਣ ਕੇ ਬੜਾ ਸੋਹਣਾ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ, ਆਪ ਨੂੰ ਆਪਣੇ ਅੰਦਰ ਪਰਿਵਰਤਨ ਮਹਿਸੂਸ ਹੋ ਰਿਹਾ। ਕਾਸ਼ ਕਿ ਜਿਹੜੇ ਲੋਕ ਨੇ ਜਿਹੜੇ ਧਰਮ ਨੂੰ ਕਿਸੇ ਹੋਰ ਤਰੀਕੇ ਨਾਲ ਲੈਂਦੇ ਤਾਂ ਉਹ ਇਦਾਂ ਪਰਿਵਰਤਨ ਵਾਲੇ ਤਰੀਕੇ ਨਾਲ ਲੈ ਲੈਣ, ਹੈ ਨਾ? ਹਾਂ, ਪਰਿਵਰਤਨ ਵਾਲੇ ਤਰੀਕੇ ਨਾਲ ਲੈ ਸਕਦੇ ਨੇ ਔਰ ਲੈਣਾ ਚਾਹੀਦਾ ਵੀ ਹੈ, ਕਿਉਂਕਿ ਅਸੀਂ ਮੰਨਦੇ ਹਾਂ ਕਿ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਹਰ ਬਸ਼ਿੰਦਾ ਬਾਬਾ ਨਾਨਕ ਦਾ ਸਿੱਖ। ਕਿਉਂਕਿ ਅਸੀਂ ਲੋਕ ਆਪਣੇ ਕਲਚਰ ਦੇ ਵਿੱਚ, ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਨਿਭਾਉਣੇ ਆ ਜੋ ਬਾਬਾ ਨਾਨਕ ਨੇ ਸਾਨੂੰ ਨਸੀਹਤਾਂ ਦਿੱਤੀਆਂ ਨੇ ਕਿ ਇਦਾਂ ਚੱਲੋ, ਇਦਾਂ ਜੀਵਨ ਗੁਜ਼ਾਰੋ। ਬੇਸ਼ੱਕ ਸਾਡੇ ਕੋਲ ਗਲਤੀਆਂ ਵੀ ਹੁੰਦੀਆਂ ਨੇ, ਭੁੱਲਾਂ ਬਖਸ਼ਣ ਵਾਲਾ ਵਾਹਿਗੁਰੂ ਬੈਠਾ ਸਾਡੇ ਸਿਰ ਤੇ, ਲੇਕਿਨ ਕੋਸ਼ਿਸ਼ ਸਾਡੀ ਸਾਰਿਆਂ ਦੀ ਇਹੀ ਹੁੰਦੀ, ਕਿਉਂਕਿ ਮਾਵਾਂ ਦੀ ਸਿੱਖਿਆ, ਪਰਿਵਾਰ ਦੀ ਸਿੱਖਿਆ, ਕੋਸ਼ਿਸ਼ ਇਹੀ ਹੁੰਦੀ ਕਿ ਅਸੀਂ ਬਾਬਾ ਨਾਨਕ ਦੀਆਂ ਸਿੱਖਿਆਵਾਂ ਦੇ ਮੁਤਾਬਿਕ ਤੁਰੀਏ। ਸੋ ਵਾਕਈ 13 ਬੜੇ, ਹੈ ਨਾ, ਵੀ 13 ਸਭ ਬਰਾਬਰ ਰੱਖਣਾ, ਬਰਾਬਰਤਾ, ਇਹ ਬਹੁਤ ਜ਼ਰੂਰੀ ਹੈ। ਇਹ ਬਾਬਾ ਨਾਨਕ ਦਾ ਸੰਦੇਸ਼ ਕਿ ਸਾਰੇ ਧਰਮ ਬਰਾਬਰ, ਅਵਲ ਅੱਲਾ ਨੂਰ ਉਪਾਇਆ। ਤੁਸੀਂ ਦੇਖਦੇ ਹੀ ਹੋ ਜੋ ਬਾਣੀ 'ਚ ਲਿਖਿਆ ਹੈ ਵਾਕਈ ਬਾਬਾ ਨਾਨਕ। ਚਲੋ ਸੰਜੀਵ ਜੀ ਹੁਣਾਂ ਤੋਂ ਬਾਅਦ, ਸੰਜੀਵ ਜੀ ਫਿਰ ਕਿੱਦਾਂ ਸੰਗਰੂਰ ਚੱਲੀਏ? ਸੰਗਰੂਰ ਚੱਲਦੇ ਹਾਂ। ਇੱਕ ਗੱਲ ਸੰਗਰੂਰ ਦੀ ਵੀ ਹੈ ਕਿ ਜ਼ਿਮਨੀ ਚੋਣਾਂ ਦੀ ਜਿਹੜੀ ਗੱਲ ਹੈ, ਔਰ ਸੰਗਰੂਰ ਗਏ ਨੇ ਆਪਣੇ ਮਾਨ ਸਾਹਿਬ ਵੀ, ਸੰਵਾਦ ਰਚਾਇਆ ਹੈ, ਕਿਉਂਕਿ ਸੰਵਾਦ ਰਚਾਉਣਾ ਬਣਦਾ ਵੀ ਹੈ ਆਪਣੀ ਪ੍ਰਜਾ ਦੇ ਨਾਲ, ਸਾਰੇ ਲੋਕਾਂ ਦੇ ਨਾਲ। ਕਹਿੰਦੇ ਨੇ ਕਿ ਵੀ ਆਪਾਂ ਮਿਲ ਜੁਲ ਕੇ ਪੰਜਾਬ ਨੂੰ ਬਣਾਈਏ। ਪਿਛਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ, ਸਾਰੀਆਂ ਗਲਤੀਆਂ ਨੂੰ ਹੁਣ ਇੱਕ ਪਾਸੇ ਰੱਖ ਕੇ ਨਵੇਂ ਸਿਰੇ ਤੋਂ ਨਵੀਂ ਕਹਾਣੀ ਸ਼ੁਰੂ ਕਰਦੇ ਹਾਂ ਤੇ ਨਵਾਂ ਪੰਜਾਬ ਸਿਰਜਦੇ ਹਾਂ ਜੀ। ਤੇ ਪੰਜਾਬ ਦੇ ਲੋਕਾਂ ਦਾ ਸਾਥ ਚਾਹੀਦਾ। ਅੱਛਾ, ਮੈਂ ਜਦੋਂ ਪੁੱਛ ਰਿਹਾ ਸੀ, ਮੈਂ ਬਲਕਾਰ ਜੀ ਨੂੰ ਵੀ ਅੱਜ ਇਹ ਗੱਲ ਪੁੱਛੀ, ਪਰ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ? ਹੁਣ ਤੁਹਾਨੂੰ ਵੀ ਸੇਮ ਸਵਾਲ, ਸੇਮ ਤਰੀਕੇ ਦੇ ਨਾਲ, ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਿਛਲੀ ਵਾਰ ਵੀ ਇਦਾਂ ਹੀ ਸੀ, ਜਦੋਂ ਇਲੈਕਸ਼ਨਸ, ਜਦੋਂ ਹਾਂ ਵਿਧਾਨ ਸਭਾ ਇਲੈਕਸ਼ਨ, ਮੇਨ ਇਲੈਕਸ਼ਨ ਜਿਹਨੂੰ ਸੀ, ਉਦੋਂ ਵੀ ਆਪਾਂ ਸੋਚਦੇ ਸੀ ਕੌਣ ਜਿੱਤੂਗਾ, ਲੇਕਿਨ ਹੋਇਆ ਬਿਲਕੁਲ ਉਹ ਜਿਹਦੀ ਉਮੀਦ ਨਹੀਂ ਸੀ। ਤੁਸੀਂ ਮੰਨਣਾ ਨਹੀਂ, ਸੇਮ ਜਵਾਬ ਤੁਹਾਡੇ ਵਾਲਾ ਨਾ ਬਲਕਾਰ ਸਾਹਿਬ ਨੇ ਦਿੱਤਾ। ਅੱਛਾ ਜੀ। ਬਲਕਾਰ ਜੀ ਕਹਿੰਦੇ ਵੀ ਆਪਾਂ ਪਿਛਲੀ ਵਾਰੀ ਵੀ ਇਹੀ ਸੋਚਦੇ ਸੀਗੇ ਵੀ ਆਪਾਂ ਬਾਅਦ ਚ 92 ਸੀਟਾਂ ਆ ਗਈਆਂ, ਤੇ ਕਹਿੰਦੇ ਹੁਣ ਵੀ ਪਤਾ ਨਹੀਂ ਲੱਗਣ ਡਿਆ, ਹੁਣ ਇਦਾਂ ਲੱਗਦਾ ਕਿ ਸ਼ਾਇਦ ਆਮ ਆਦਮੀ ਪਾਰਟੀ ਥੋੜੀ ਜਿਹੀ ਪਿੱਛੇ ਆ। ਉਹਨਾਂ ਨੂੰ ਲੱਗਦਾ ਸੀ ਸ਼੍ਰੋਮਣੀ ਅਕਾਲੀ ਦਲ ਲੱਗੇ ਆ, ਮੈਨੂੰ ਲੱਗਦਾ ਸੀ ਸਿਮਰਜੀਤ ਸਿੰਘ ਮਾਨ ਹੁਣੀ ਥੋੜੇ ਵੋਟਾਂ ਤੋੜਨਗੇ, ਕਿਉਂਕਿ ਉਹਨਾਂ ਦਾ ਵੀ ਉੱਧਰ ਬਹੁਤ ਖਾਸਾ ਜ਼ੋਰ ਹੈ, ਜਾਂ ਫਿਰ ਦਲਬੀਰ ਗੋਲਡੀ ਦੀ ਮੈਂ ਗੱਲ ਕਰ ਰਿਹਾ ਸੀਗਾ। ਤੁਹਾਡਾ ਵੈਸੇ ਤੁਹਾਨੂੰ ਕੀ ਲੱਗਦਾ? ਰਾਜਵਾਨਾ ਸਾਹਿਬ ਦੇ ਜੋ ਭੈਣ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਏ ਨੇ ਮੈਦਾਨ ਦੇ ਵਿੱਚ, ਉਧਰ ਵੀ ਲੱਗਦਾ ਕਿ ਜਿਵੇਂ ਬੰਦੀ ਸਿੱਖਾਂ ਦਾ ਮੁੱਦਾ ਉਠਾਇਆ ਕਮਲਦੀਪ ਕੌਰ ਜੀ, ਹੋ ਸਕਦਾ ਉਹਦਾ ਵੀ ਅਸਰ ਪਵੇ। ਪਰ ਭਗਵੰਤ ਮਾਨ ਸਾਹਿਬ ਠੋਕ ਕੇ ਦਾਵਾ ਕਰਦੇ ਨੇ ਕਿ ਨਹੀਂ, ਆਮ ਆਦਮੀ ਪਾਰਟੀ ਦੇ ਵਿਧਾਇਕ ਜੀ। ਸੰਜੀਵ, ਭਗਵੰਤ ਮਾਨ ਤੇ ਕਰਦੇ ਆ, ਨਾਲ ਅਨਮੋਲ ਗਗਨ ਮਾਨ ਦੀ ਵੀ ਸਟੇਟਮੈਂਟ ਆਈ ਹੈ, ਜਿਹੜੀ ਸਿੰਗਰ ਨੇ ਜਿਹੜੇ, ਹੈ ਨਾ, ਉਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਕਿਸੇ ਹੋਰ ਜਗ੍ਹਾ ਤੋਂ ਹਾਰ ਜਾਵੇ, ਪਰ ਸੰਗਰੂਰ ਤੋਂ ਨਹੀਂ ਹਾਰੂਗੀ, ਕਿਉਂਕਿ ਉਹ ਭਗਵੰਤ ਮਾਨ ਸਾਹਿਬ ਦਾ ਪਿਛੋਕੜ ਹੈ ਨਾ, ਉਸ ਗੱਲ ਨੂੰ ਲੈ ਕੇ ਚੱਲਦੇ ਨੇ ਕਿ ਸ਼ਾਇਦ ਜੇ ਕਿਤੇ ਨਾ ਕਿਤੇ 19-21 ਹੋ ਗਈ, ਇਹ ਬਹੁਤ ਔਖਾ ਹੈ। ਕੋਈ ਗੱਲ ਨਹੀਂ, ਕੋਈ ਵੀ ਆਵੇ, ਸਾਨੂੰ ਤੇ ਉਹ ਬੰਦਾ ਚਾਹੀਦਾ ਜਿਹੜਾ ਪੰਜਾਬ ਵਾਸਤੇ ਕੰਮ ਕਰੇ, ਕਿਉਂਕਿ ਆਮ ਜਨਤਾ ਨੂੰ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਆਮ ਜਨਤਾ ਨੂੰ ਸਿਰਫ ਉੱਥੇ ਫਰਕ ਪੈਂਦਾ ਕਿ ਜਿਹੜੇ ਆਉਣ ਵਾਲੇ ਵਿਧਾਇਕ ਨੇ
ਉਹ ਪੰਜਾਬ ਵਾਸਤੇ ਤੇ ਪੰਜਾਬੀਆਂ ਵਾਸਤੇ ਕੰਮ ਕਰਦੇ ਨੇ ਕਿ ਨਹੀਂ ਕਰਦੇ। ਜੀ ਤੁਸੀਂ ਆਪ ਦੇਖੋ ਆਮ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਕਿਸੇ ਪਾਰਟੀ ਤੋਂ ਕੋਈ ਲੈਣਾ ਦੇਣਾ ਨਹੀਂ। ਹਾਂ, ਜਿਹੜੇ ਕੱਟੜ ਲੋਕ ਪਾਰਟੀਆਂ ਨਾਲ ਜੁੜੇ ਹੋਏ ਨੇ ਵਾਕਈ ਉਹ ਪਾਰਟੀ ਦੇ ਨਾਲ ਹੀ ਚੱਲਦੇ ਨੇ, ਪਰ ਆਮ ਲੋਕਾਂ ਨੂੰ ਉਹ ਬੰਦੇ ਚਾਹੀਦੇ ਨੇ ਜੋ ਇੱਕ ਵਧੀਆ ਜ਼ਿੰਦਗੀ ਦੇ ਸਕਣ, ਜਿਹਦੇ ਚ ਪਰਿਵਾਰ ਦਾ ਗੁਜ਼ਾਰਾ ਵਧੀਆ ਹੋਵੇ, ਵਧੀਆ ਰੋਜ਼ਗਾਰ ਦੇ ਸਕਣ, ਠੀਕ ਹੈ ਨਾ, ਕੁਆਲਿਟੀ ਆਫ ਲਾਈਫ ਪੈਦਾ ਕਰ ਸਕਣ, ਜਿਹਦੇ ਚ ਹਰ ਚੀਜ਼ ਹੋਵੇ, ਸਿੱਖਿਆ, ਸਿਹਤ ਸੁਵਿਧਾਵਾਂ, ਸਭ ਕੁਝ ਹੋਣਾ ਚਾਹੀਦਾ। ਉਹਨਾਂ ਨੂੰ ਕੰਮ ਕਰਨ ਵਾਲੇ ਬੰਦੇ ਚਾਹੀਦੇ। ਆਮ ਆਦਮੀ ਪਾਰਟੀ ਉਹਨਾਂ ਨੂੰ ਇਹ ਚੀਜ਼ਾਂ ਦੇ ਸਕਦੀ ਆ, ਉਹਨਾਂ ਨੂੰ ਇਹ ਲੱਗਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਦਿੱਤਾ, ਬਾਕੀਆਂ ਨੂੰ ਘਰ ਬਿਠਾ ਦਿੱਤਾ। ਔਰ ਇਹ ਗੱਲ ਸੀਐਮ ਮਾਨ ਵੀ ਹੁਣ ਵੀ ਕਹਿੰਦੇ ਨੇ ਕਿ ਦੇਖੋ ਪੁਰਾਣੀਆਂ ਰਿਵਾਇਤੀ ਪਾਰਟੀਆਂ ਨੂੰ ਹੰਕਾਰ ਸੀ ਕਿ ਸਾਨੂੰ ਕੋਈ ਤੋੜ ਨਹੀਂ ਸਕਦਾ, ਸਾਨੂੰ ਕੋਈ ਹਰਾ ਨਹੀਂ ਸਕਦਾ, ਦੇਖੋ ਪਰ ਜਨਤਾ ਉਹਨੇ ਹਰਾ ਕੇ ਘਰ ਬਿਠਾ ਦਿੱਤਾ। ਇਸ ਕਰਕੇ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਜਿੱਤ ਕੇ ਆਏ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਜ਼ਮੀਨ ਨਾਲ ਜੁੜੇ ਰਹੋ, ਸਿਰ ਨੀਵਾ ਕਰਕੇ ਕੰਮ ਕਰੋ, ਲੋਕਾਂ ਦੇ ਨੁਮਾਇੰਦੇ ਬਣ ਕੇ ਕੰਮ ਕਰੋ, ਕਿਉਂਕਿ ਤੁਹਾਨੂੰ ਵੀ ਘਰ ਬਿਠਾ ਸਕਦੀ ਹੈ ਜਨਤਾ। ਵਾਕਈ ਜਨਤਾ ਆਪਣੀ ਆਈ ਤੇ ਆ ਜਾਵੇ ਤੇ ਕਿਉਂ ਕੁਝ ਵੀ ਹੋ ਸਕਦਾ। ਅੱਛਾ, ਮੈਂ ਇਹ ਪੁੱਛਣ ਡਿਆ ਸੀਗਾ ਵੀ ਜਿੱਦਾਂ ਤੁਸੀਂ ਕਹਿੰਦੇ ਵੀ ਲੋਕਾਂ ਨੂੰ ਕੁਝ ਨਹੀਂ ਚਾਹੀਦਾ, ਲੋਕਾਂ ਨੂੰ ਤਾਂ ਕੰਮ ਕਰਨ ਵਾਲਾ ਚਾਹੀਦਾ, ਬਿਲਕੁਲ ਸਹੀ ਹੈ ਨਾ। ਤੇ ਹੁਣ ਆਪਾਂ ਬੜੀਆਂ ਗੱਲਾਂ ਕਰਦੇ ਆ ਵੀ ਫਲਾਨਾ ਫਲਾਨਾ ਇੱਦਾਂ ਜੀ, ਫਲਾਨਾ ਇੱਦਾਂ ਤੁਸੀਂ ਕਹਿੰਦੇ, ਪਰ ਇੱਥੇ ਨਾ ਹੁਣ ਮੈਂ ਇਹ ਸੋਚਦਾ ਸੀਗਾ ਕਿਉਂਕਿ ਅੱਜ ਸੰਗਰੂਰ ਦੇ ਵਿੱਚ ਸੁਪਰੀਮੋ ਆਏ ਹੋਏ ਨੇ, ਅਰਵਿੰਦ ਕੇਜਰੀਵਾਲ ਵੀ ਨੇ ਸੁਪਰੀਮੋ ਹੈ ਨਾ, ਆਮ ਆਦਮੀ ਪਾਰਟੀ ਦੇ। ਇਹ ਉੱਥੇ ਤੁਸੀਂ ਨਾ, ਮੈਂ ਬੀਇੰਗ ਅ ਮੀਡੀਆ ਪਰਸਨ, ਮੈਨੂੰ ਨਾ ਮੌਕਾ ਮਿਲਦਾ ਹੁੰਦਾ ਰੈਲੀਆਂ 'ਤੇ ਜਾਣ ਦਾ, ਤੇ ਮੇਰਾ ਹੁੰਦਾ ਕਿ ਮੈਂ ਪੁੱਛਾਂ ਕਿਸੇ ਨੂੰ ਕਿੱਦਾਂ ਨਾ, ਤੁਸੀਂ ਨਾ ਬਤਾਤ ਲੋਕਾਂ ਨੂੰ ਦੋ ਤਿੱਕਾਂ ਨੂੰ ਛੱਡ ਕੇ ਜਿਹੜੇ ਮੋਹਤਵਾਰ ਹੁੰਦੇ ਜਥੇਦਾਰ ਜਿਹੜੇ ਹੁੰਦੇ ਆ ਨਾ, ਉਹਦੀਆਂ ਬੱਸਾਂ 'ਚ ਉਤਰਦੇ ਲੋਕਾਂ ਨੂੰ ਮੌਕਿਆਂ ਨੂੰ ਪੁੱਛ ਲਓ ਕੀ ਕਰਨਾ। ਉਹ ਭਰਾਵਾ ਕਿੱਥੇ ਆ, ਪਿੰਡ ਵਾਲੇ ਜਥੇਦਾਰ ਦੇ ਨਾਲ ਆਏ ਆ, ਇਹਦੇ ਹੁਣ ਨਾਲ ਆਉਣਾ ਪੈਂਦਾ ਆ ਤੇ ਮੂੰਹ ਸਿਰ ਲੱਗਦਾ ਇਹ ਕੱਲ ਨੂੰ ਇਹਨੇ ਕੰਮ ਵੀ ਕਰਾਉਣਾ ਆ ਤੇ ਇਸ ਕਰਕੇ ਨਾਲ ਆ ਗਿਆ। ਹਰ ਕੋਈ ਆਉਣਾ ਨਹੀਂ ਚਾਹੁੰਦਾ ਸੀ, ਉਹ ਜਥੇਦਾਰ ਦੇ ਨਾਲ ਆ ਗਿਆ ਜੀ। ਪਰ ਜਿਹੜੇ ਜਥੇਦਾਰ ਦੀ ਬਾਲੀ ਤੋਏ ਹੋਈ ਹੁੰਦੀ, ਜਿਹਨੂੰ ਕੋਈ ਪੁੱਛਦਾ ਨਹੀਂ ਹੁੰਦਾ, ਉਹ ਸਰਮਾਏਦਾਰ ਤੇ ਹੁੰਦਾ ਹੀ ਆ, ਉਹ ਫਿਰ ਦਿਹਾੜੀ ਤੇ ਬੰਦੇ ਲਿਆਉਂਦਾ। ਉਹਨਾਂ ਨੂੰ ਪੁੱਛੋ ਕੀ ਕਰਦੇ, ਉਹ ਕਿੱਥੇ ਭਰਾਵਾ ਘਾਹ ਖੋਤੀਆਂ ਨੇ, ਘਾਹ ਖੋਤਣਾ ਸਾਡੇ ਵੱਲੋਂ ਜਿਹੜਾ ਮਰਜ਼ੀ ਆ ਜਾਵੇ, ਸਾਡੇ ਵੱਲੋਂ ਅਰਵਿੰਦ ਕੇਜਰੀਵਾਲ ਹੋਵੇ, ਸਾਡੇ ਵੱਲੋਂ ਮੋਦੀ ਹੋਵੇ, ਆ ਸਾਨੂੰ ਤੇ 250 ਦੇਣਾ, ਅਸੀਂ ਉਹੀ ਲੈ ਕੇ ਚਲੇ ਜਾਣਾ। ਮੈਂ ਉਹੀ ਸੋਚ ਰਿਹਾ ਸੀ, ਇਹ ਮੈਂਟੈਲਿਟੀ ਆ। ਤੁਸੀਂ ਕਦੀ ਨੋਟਿਸ ਕੀਤਾ ਹੋਣਾ, ਨੈਸ਼ਨਲ ਡੇ ਮਨਾਉਂਦੇ ਆ ਲੋਕ, ਫਰਾਂਸ, ਕੈਨੇਡਾ, ਅਮਰੀਕਾ, ਇੱਥੋਂ ਤੱਕ ਕਿ ਉਹ ਲੋਕਾਂ ਦੇ ਵਿੱਚ ਭਾਵਨਾ ਆ, ਲੋਕ ਆਪ ਜਾਂਦੇ ਆ। ਸਾਡਾ ਮੁਲਕ ਕੀ ਆ, ਇੱਥੇ ਲੀਡਰਾਂ ਦੇ ਪਿੱਛੇ, ਕਿਉਂਕਿ ਲੀਡਰਾਂ ਦਾ ਆਏ ਦਿਨ ਕਿਤੇ ਨਾ ਕਿਤੇ ਹੰਗਾਮਾ ਲੱਗਾ ਹੀ ਹੁੰਦਾ ਤੇ ਉਹਨਾਂ ਨੂੰ ਰਸ਼ ਚਾਹੀਦਾ ਹੁੰਦਾ, ਫਿਰ ਉਹਨਾਂ ਨੇ ਲਾਏ ਹੁੰਦੇ ਆ। ਹੁਣ ਫਲਾਣੇ ਥਾਂ ਦਾ ਐਮਐਲਏ ਆ, ਹੁਣ ਜਿੰਨੇ ਪੰਜਾਬ ਦੇ ਐਮਐਲਏ ਸੀ ਜੀ, ਆਪਣਾ ਕੋਟਾ ਲੈ ਕੇ ਪਹੁੰਚ ਕੇ ਉੱਥੇ ਵੀ ਤੇਰਾ ਕੋਟਾ ਇੰਨਾ ਹੋਣਾ ਚਾਹੀਦਾ, ਤੇਰਾ ਕੋਟਾ, ਜਿਹਦਾ ਕੋਟਾ ਜ਼ਿਆਦਾ ਉਹਨੂੰ ਲੱਗਿਆ ਉਸੇ ਹਿਸਾਬ ਦੇ ਨਾਲ ਉਹਨੂੰ ਕੋਈ ਕੈਬਨਿਟ ਮਿਲ ਜਾਣਾ, ਉਸੇ ਹਿਸਾਬ ਦੇ ਨਾਲ ਉਹ ਲੈ ਜਾਣਾ। ਇਹ ਸਿਸਟਮ ਹੈ। ਗੱਲ ਇਹ ਹੈ ਕਿ ਅਸੀਂ ਇੰਨੇ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਨੈਸ਼ਨਲ ਕਰੈਕਟਰ ਪੈਦਾ ਨਹੀਂ ਕਰ ਸਕੇ। ਉਹਦੇ ਪਿੱਛੇ ਕਾਰਨ ਵੀ ਇਹ ਵੀ ਹੈ ਨਾ ਕਿ ਜਿਹੜੇ ਉੱਪਰ ਬੈਠੇ ਸੀਗੇ ਉਹਨਾਂ ਨੇ ਉਹ ਜਿਹੜੇ ਸ਼ਹੀਦ ਹੋਏ ਨਾ, ਉਹਨਾਂ ਦਾ ਮੁੱਲ ਕੌਡੀਆਂ ਪਾ ਦਿੱਤਾ। ਨੈਸ਼ਨਲ ਕਰੈਕਟਰ ਪੈਦਾ ਕਰਨਾ ਸ਼ਾਇਦ ਉਹਨਾਂ ਦੀ ਰਾਜਨੀਤੀ ਦੇ ਹੱਕ ਵਿੱਚ ਨਹੀਂ ਜਾਂਦਾ, ਉਹਨਾਂ ਦੀ ਰਾਜਨੀਤੀ ਦੇ ਹਿੱਤ ਵਿੱਚ ਨਹੀਂ। ਗੱਲ ਇਹ ਵੀ ਤੁਸੀਂ ਦਰੁਸਤ ਕੀਤੀ ਆ ਵੀ ਭਾਈ ਜੇ ਨੈਸ਼ਨਲ ਕਰੈਕਟਰ ਹੋ ਗਿਆ ਤੇ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ। ਕੋਈ ਮੇਰੇ ਨਾਲ ਗੱਲ ਕਰਦਾ ਸੀ ਵੀ ਕਹਿੰਦਾ ਵੀ ਜੇ ਗਾਂਧੀ ਜੀ ਦੀ ਜਗ੍ਹਾ ਭਗਤ ਸਿੰਘ ਦੀ ਫੋਟੋ ਤੁਸੀਂ ਨੋਟਾਂ ਤੇ ਲਾਏ ਹੋਵੇ ਤੇ ਤੁਹਾਨੂੰ ਆਪ ਹੀ ਨਹੀਂ ਬੇਈਮਾਨੀ ਕਰਨ ਨੂੰ ਦਿਲ ਕਰਨਾ ਵੀ ਭਗਤ ਸਿੰਘ ਆ ਭਾਈ। ਮੈਂ ਕਿਹਾ ਵੀ ਉਹ ਇਸ ਕਰਕੇ ਤਾਂ ਉੱਥੇ ਨਹੀਂ ਹੈਗੀ ਹੈ ਨਾ। ਹੁਣ ਦੇਖੋ ਤੁਸੀਂ ਬਹੁਤਾਤ ਅਸੀਂ ਜਿਹੜੇ ਨੈਸ਼ਨਲ, ਇੰਟਰਨੈਸ਼ਨਲ ਜਾਂ ਫਿਰ ਜਿਹੜੇ ਸਾਡੇ ਅੰਬੈਸੀਆਂ ਵੀ ਆ, ਉੱਥੇ ਭਗਤ ਸਿੰਘ ਦੀ ਫੋਟੋ ਨਹੀਂ ਹੈ, ਬਹੁਤ ਜਗ੍ਹਾ ਦੇ ਉੱਤੇ, ਪਰ ਉੱਥੇ ਇੱਕ ਫੋਟੋ ਜ਼ਰੂਰ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ। ਬਈ ਜੀ ਕੁਰਬਾਨੀਆਂ ਤੇ ਉਹਨਾਂ ਦੀਆਂ ਵੀ ਉਨੀਆਂ ਤੇ ਉਨੀਆਂ ਦੀ ਵੀ ਉਨੀਆਂ, ਕੀ ਗੱਲ ਉਹ ਫੋਟੋ ਕਿਉਂ ਨਹੀਂ ਲੱਗਦੀਆਂ? 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦਾ ਰੱਸਾ ਗਲ 'ਚ ਪਾ ਲੈਣਾ। ਨਹੀਂ ਤੇ ਜੇ ਦੂਸਰੇ ਬੰਨੇ ਰਾਜਗੁਰੂ ਸਾਹਿਬ ਵੀ ਤੇ ਹੈ, ਸਾਰੇ ਹੀ ਨੇ, ਹੈ ਨਾ। ਮਤਲਬ ਫਿਰ ਸ਼ਹੀਦ ਊਧਮ ਸਿੰਘ ਹੋਣੀ, ਰਾਜਗੁਰੂ ਸੁਖਦੇਵ ਨੇ, ਫਿਰ ਕਰਤਾਰ ਸਿੰਘ ਸਰਾਭਾ ਨੇ 19 ਸਾਲ ਦੀ ਉਮਰ ਦੇ ਵਿੱਚ ਫਾਂਸੀ। ਆਓ ਤੇ ਸ਼ਹੀਦ ਊਧਮ ਸਿੰਘ, ਤੁਸੀਂ ਸ਼ਹੀਦ ਊਧਮ ਸਿੰਘ ਹੈ ਨਾ, ਇੰਗਲੈਂਡ ਜਾ ਕੇ ਹੈ ਨਾ, ਮਤਲਬ ਕਿੱਥੇ ਜਾ ਕੇ ਬਦਲਾ ਲੈ ਲਿਆ। ਇੱਦਾਂ ਦੇ ਲੋਕ ਨਾਇਕ ਨਹੀਂ ਹੈਗੇ ਸਾਡੇ। ਚੰਦਰ ਸ਼ੇਖਰ ਆਜ਼ਾਦ, ਹਾਂ, ਇੱਦਾਂ ਦੇ ਲੋਕ ਨਾਇਕ ਕਿਉਂ ਨਹੀਂ? ਨੇਤਾ ਜੀ ਸੁਭਾਸ਼ ਚੰਦਰ ਬੋਸ, ਕਿ ਉਹ ਲੋਕ ਨਾਇਕ ਇੱਦਾਂ ਦੇ ਬਣਨ ਹੀ ਨਹੀਂ ਦਿੱਤੇ। ਜਿਵੇਂ ਤੁਸੀਂ ਕਹਿੰਦੇ ਹੋ ਕਿ ਸੂਟ ਹੀ ਨਹੀਂ ਕਰਦਾ, ਮੈਨੂੰ ਲੱਗਦਾ ਸੰਜੀਵ ਜੀ ਫਿਰ ਉਹ ਲੋਕ ਨਾਇਕ ਵੀ ਉੱਦਾਂ ਦੇ ਚੱਕ ਲੈਂਦੇ ਆ ਵੀ ਹੁਣ ਗਾਂਧੀ ਸਾਹਿਬ ਜਿਹੜੇ ਥੋੜ੍ਹੇ ਅਹਿੰਸਾਵਾਦੀ ਆ, ਚਰਖਾ ਚਲਾ ਲਓ ਜਾ ਕੇ। ਆਇਆ ਡੋਨਲਡ ਟਰੰਪ ਆ ਜਾਂਦੇ ਆ ਜੀ ਇੱਥੇ ਤੇ ਚਰਖਾ ਚਲਾ ਲੈਂਦੇ ਅਸੀਂ, ਹੈ ਨਾ। ਜਸਟਨ ਟਰੂਡੋ ਆਉਂਦਾ, ਅਸੀਂ ਉਹਨੂੰ ਉੱਥੇ ਲੈ ਜਾਂਦੇ ਹਾਂ। ਅਸੀਂ ਕਦੇ ਉਹਨੂੰ ਕਿਹਾ ਵੀ ਜਲਿਆਂਵਾਲੇ ਬਾਗ ਲੈ ਕੇ ਚੱਲਦੇ ਤੈਨੂੰ, ਚੱਲ ਤੈਨੂੰ ਹੁਸੈਨੀ ਵਾਲਾ ਦਿਖਾਉਂਦੇ ਆ, ਚੱਲ ਤੈਨੂੰ ਅਸੀਂ ਖਟਕੜ ਕਲਾਂ ਲੈ ਕੇ ਚੱਲਦੇ ਹਾਂ, ਖਟਕੜ ਕਲਾਂ ਲੈ ਕੇ ਚੱਲਦੇ ਹਾਂ।
ਚੱਲ ਤੈਨੂੰ ਅਸੀਂ ਉਹ ਦਿਖਾਉਂਦੇ ਹਾਂ ਜਿੱਥੇ ਚੱਪੜ-ਚਿੜੀ ਦਾ ਯੁੱਧ ਹੋਇਆ ਸੀ। ਚੱਲ ਤੈਨੂੰ ਅਸੀਂ ਉਹ ਦਿਖਾਉਂਦੇ ਹਾਂ ਜਿੱਥੇ ਸਾਡੇ ਯੋਧੇ ਜਿਹੜੇ ਆ ਉਹ ਬਹੁਤ ਹੀ ਤਕੜੇ ਸੂਰਮਗਤੀਆਂ ਨੂੰ ਪ੍ਰਾਪਤ ਹੋਏ ਸੀਗੇ। ਤੁਹਾਨੂੰ ਚਿਤੌੜਗੜ੍ਹ ਲੈ ਕੇ ਜਾਂਦੇ ਆ, ਰਾਜਸਥਾਨ ਦੀ ਰਾਜਸਥਾਨ ਦੇ ਕਿਲੇ ਦਿਖਾਉਂਦੇ, ਉਹ ਦਿਖਾਉਂਦੇ ਆ, ਮਤਲਬ ਉਹ ਚੀਜ਼ਾਂ ਅਨੰਦਪੁਰ ਸਾਹਿਬ ਲੈ ਕੇ ਚੱਲਦੇ ਆ। ਹਾਂ, ਮਤਲਬ ਇੱਦਾਂ ਦੀਆਂ ਚੀਜ਼ਾਂ ਮੈਂ ਨਹੀਂ ਇਕੱਲਾ ਕਹਿੰਦਾ ਕਿ ਪੰਜਾਬ ਦੇ ਵਿੱਚ ਹੀ ਵੀਰ ਰਸ ਅਸੀਂ ਨਹੀਂ ਦਿਖਾਉਂਦੇ। ਅਸੀਂ ਸਾਡੇ ਜਿਹੜੇ ਥੱਲੇ ਨੌਜਵਾਨ ਬੈਠੇ ਆ, ਅਸੀਂ ਉਹਨਾਂ ਦੇ ਵਿੱਚ ਕਰੇਜ, ਅੱਗ ਹੌਲੀ ਹੌਲੀ ਘਟਾਉਣੀ ਸ਼ੁਰੂ ਕਰ ਦਿੱਤੀ। ਅੱਗ ਘਟਾਉਣ ਦੇ ਲਈ ਪਾਣੀ ਪਤਾ ਕਿੱਦਾਂ ਦੇ ਵਰਤਦੇ ਹਾਂ ਅਸੀਂ? ਕਦੇ ਤਾਂ ਅਸੀਂ ਦੰਗੇ ਕਰਾ ਲੈਂਦੇ ਹਾਂ, ਕਦੇ ਅਸੀਂ ਇਹਨਾਂ ਨੂੰ ਬੇਰੁਜ਼ਗਾਰ ਰੱਖ ਦਿੰਦੇ ਹਾਂ, ਕਦੇ ਅਸੀਂ ਇਹਨਾਂ ਨੂੰ ਚਿੱਟਾ ਦੇ ਦਿੰਦੇ ਹਾਂ, ਕਦੇ ਅਸੀਂ ਇਹਨਾਂ ਨੂੰ ਕੁੜੀਬਾਜੀ, ਲੜੀਬਾਜੀ ਤੇ ਨਸ਼ਾ ਚਲਾ ਦਿੰਦੇ ਹਾਂ। ਹੈ ਨਾ, ਤੁਸੀਂ ਦੇਖੋ ਕਿੱਦਾਂ ਦੇ ਪਾਣੀ ਕਿੱਦਾਂ ਦੇ ਵਰਤਦੇ ਹੈ, ਡਾਇਲਿਊਟ ਕਰ ਦਿਓ ਇਹਨਾਂ ਦੇ ਵੀਰ ਰਸ ਨੂੰ। ਸੋ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ ਕਿ ਨੈਸ਼ਨਲ ਕਰੈਕਟਰ ਜੇ ਬਣਾ ਦਿੱਤਾ ਜਾਵੇ ਤਾਂ ਇਹਨਾਂ ਰਾਜਨੇਤਾਵਾਂ ਦੀ ਰਾਜਨੀਤੀ ਨੂੰ ਕਿਸੇ ਨੇ ਨਹੀਂ ਪੁੱਛਣਾ ਤੇ ਨਾ ਇਹਨਾਂ ਨੂੰ ਕਿਸੇ ਨੇ ਪੁੱਛਣਾ, ਕਿਉਂਕਿ ਜਦੋਂ ਨੈਸ਼ਨਲ ਕਰੈਕਟਰ ਪੈਦਾ ਹੋ ਗਿਆ ਤੇ ਫਿਰ ਇਹਨਾਂ ਦੇ ਕਰਤਾਰ ਦੇ ਉੱਤੇ ਕੁਐਸਚਨ ਮਾਰਕ ਲੱਗ ਜਾਏਗਾ, ਇਹਨਾਂ ਦੇ ਕਰੈਕਟਰ ਦੇ ਉੱਤੇ ਕੁਐਸਚਨ ਮਾਰਕ ਲੱਗ ਜਾਏਗਾ ਕਿ ਤੁਸੀਂ ਉਸ ਪੈਮਾਨੇ ਦੇ ਖਰੇ ਹੀ ਨਹੀਂ ਉਤਰਦੇ ਜੋ ਪੈਮਾਨਾ ਭਗਤ ਸਿੰਘ ਦਾ ਹੈ। ਹੁਣ ਦੱਸੋ ਤੁਸੀਂ ਫਿਰ ਨੇਤਾ ਕਿਵੇਂ ਹੋ ਸਕਦੇ? ਸਾਨੂੰ ਤਾਂ ਇੱਦਾਂ ਦਾ ਲੀਡਰ ਚਾਹੀਦਾ। ਸੋ ਇਹ ਗੱਲਾਂ ਤਾਂ ਮਤਲਬ ਸਿੱਧੀਆਂ ਸਾਦੀਆਂ ਨੇ, ਸਮਝ ਆਉਣ ਵਾਲੀਆਂ ਗੱਲਾਂ ਨੇ ਕਿ ਇੱਕ ਪਾਲਿਸੀ ਸੀ ਜਿਹੜੀ ਅੰਗਰੇਜ਼ਾਂ ਦੀ, ਡਿਵਾਈਡ ਐਂਡ ਰੂਲ, ਤੇ ਨਾਲ ਅਸੀਂ ਡਿਵਾਈਡ ਐਂਡ ਰੂਲ ਦੇ ਇੱਕ ਹੋਰ ਚੀਜ਼ ਜੋੜ ਦਿੱਤੀ, ਕੀਪ them illiterate, ਆਹੋ ਵੀ ਇਹਨਾਂ ਨੂੰ, keep them ignorant, ਇਹਨਾਂ ਨੂੰ ਕਿਤੇ ਚਾਨਣ ਮਨਾਰਾ ਨਾ ਹੋ ਜਾਵੇ, ਇਹਨਾਂ ਨੂੰ ਐਜੂਕੇਸ਼ਨ ਨਾ ਜਾਵੇ ਤੇ ਹਨੇਰੇ 'ਚ ਰੱਖੋ ਇਹਨਾਂ ਨੂੰ, ਤਾਂ ਹੀ ਇਹਨਾਂ ਨੂੰ ਐਕਸਪਲੋਇਟ ਕਰ ਪਰ ਇਹ ਇਤਿਹਾਸ ਗਵਾਹ ਸੰਜੀਵ ਜੀ, ਜਿਹੜਾ ਰਾਜਾ ਹੁੰਦਾ ਨਾ, ਜਿਹੜਾ ਕਰੂਅਲ ਰਾਜਾ ਜਿਹਨੂੰ ਅਸੀਂ ਕਹਿੰਦੇ ਕਿ ਉਹ ਰਾਜਾ ਜਿਹਨੇ ਸਿਰਫ ਰਾਜ ਕਰਨਾ, ਉਹ ਆਪਣੀ ਜਨਤਾ ਨੂੰ ਕਦੇ ਵੀ ਸਿੱਖਿਅਤ ਨਹੀਂ ਹੋਣ ਦਿੰਦਾ। ਹੁਣ ਤੁਸੀਂ ਮਾਡਰਨ ਤਰੀਕੇ ਨਾਲ ਤੁਹਾਨੂੰ ਮੈਂ ਸਮਝਾਉਣਾ, ਸਭ ਤੋਂ ਜ਼ਿਆਦਾ ਇਲਿਟਰੇਟ ਰੇਟ ਕਿੱਥੇ ਆ? ਸਭ ਤੋਂ ਜ਼ਿਆਦਾ ਘੱਟ ਲੋਕ ਪੜ੍ਹੇ ਲਿਖੇ ਵਿੱਚ ਜ਼ਿਆਦਾ ਸੀਟਾਂ ਨੇ, ਔਰ ਕਹਿੰਦੇ ਨੇ ਕਿ ਜ਼ਿਆਦਾਤਰ ਜਿਹੜੀ ਰਾਜਨੀਤੀ ਹੈ ਉਹ ਤੈਅ ਉੱਥੋਂ ਹੀ ਹੁੰਦੀ ਕਿ ਜਦੋਂ ਯੂਪੀ ਦੀਆਂ ਇਲੈਕਸ਼ਨਸ ਦਾ ਰਿਜ਼ਲਟ ਆਉਂਦਾ ਹੈ ਕਿ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਬਣੇਗੀ। ਸੋ ਤੁਸੀਂ ਹਿਸਾਬ ਲਾ ਲਓ, ਰਾਜਾ ਚਾਹੇ ਪੁਰਾਣੇ ਜ਼ਮਾਨੇ ਦਾ ਸੀ ਤੇ ਰਾਜਾ ਚਾਹੇ ਹੁਣ ਨਵੇਂ ਜ਼ਮਾਨੇ ਦੇ, ਇਹਨਾਂ ਨੂੰ ਲਾਗਤ ਪਤਾ ਸੱਤਾ ਕਿਵੇਂ ਕਰਨੀ ਹੈ। ਬਿਲਕੁਲ ਸਹੀ ਹੈ। ਸੋ ਇਹ ਤੁਸੀਂ ਯੂਪੀ ਦੇਖੋ, ਕ੍ਰਾਈਮ ਰੇਟ ਬਹੁਤ ਹੈ, ਇਲਿਟਰੇਸੀ ਬਹੁਤ ਹੈ, ਉੱਥੇ ਧਰਮ ਦਾ ਪਸਾਰ ਬਹੁਤ ਹੈ, ਔਰ ਧਰਮ ਦੇ ਲਈ ਬਹੁਤ ਹਰ ਗਲੀ ਕੂਚੇ ਮਹੱਲੇ ਧਰਮ ਆ, ਠੀਕ ਹੈ। ਸਕੂਲ ਹੋਵੇ ਨਾ ਹੋਵੇ ਤੇ ਮੰਦਰ ਇੱਕ ਗਲੀ 'ਚ 4-5 ਹੁੰਦੇ ਆ। ਸੋ ਇਸ ਤਰੀਕੇ ਦੇ ਨਾਲ ਅੱਜ ਦਾ ਰਾਜਾ ਤੇ ਪੁਰਾਣਾ ਰਾਜਾ ਦੋਹੇ ਸੇਮ, ਸਿੱਖਿਆ ਇਹਨਾਂ ਨੇ ਉੱਥੋਂ ਹੀ ਲਈ ਹੈ। ਇਸ ਕਰਕੇ ਨੈਸ਼ਨਲ ਕਰੈਕਟਰ ਨਹੀਂ ਪਤਾ ਹੁੰਦਾ। ਹੁਣ ਆਪਾਂ ਅੱਗੇ ਵਧਦੇ ਹਾਂ ਜੀ। ਅਗਨੀਪਥ ਨੈਸ਼ਨਲ ਕਰੈਕਟਰ ਦੇ ਨਾਲ ਜੁੜੀ ਹੋਈ ਗੱਲ ਆ। ਹੁਣ ਭਾਰਤ ਦੇ ਵਿੱਚ ਥਾਂ ਦੇ ਉੱਤੇ ਅਗਨੀਪਥ ਦੇ ਕਾਰਨ, ਅੱਛਾ ਅੱਜ ਸੰਜੀਵ ਜੀ ਕਹਿੰਦੇ ਸੀ ਬੰਦ ਵੀ ਸੀਗਾ, ਜਾਂ ਭਾਰਤ ਬੰਦ ਦੀ ਕਾਲ ਹੈ, ਔਰ ਨਾਲ ਦੀ ਨਾਲ ਥਾਂ ਦੇ ਉੱਤੇ ਭੜਕੇ ਹੋਏ ਨੇ ਨੌਜਵਾਨ ਪਰੇਸ਼ਾਨ ਨੇ ਕਿ ਆਹ ਕੀ ਹੋ ਰਿਹਾ ਭਾਰਤ ਦੀ ਸੈਨਾ ਨੂੰ ਲੈ ਕੇ, ਇਹ ਕਿਹੜਾ ਪ੍ਰਯੋਗ ਹੋਣ ਜਾ ਰਿਹਾ। ਔਰ ਹਵਾਲਾ ਹੀ ਦਿੱਤਾ ਜਾਂਦਾ ਕਿ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਹੈਗੇ ਨੇ ਜੀ, ਠੀਕ ਹੈ। ਉੱਤੇ ਫਿਰ ਕੰਡੀਸ਼ਨਸ ਹੋਰ ਨੇ, ਉਹਨਾਂ ਦੀ ਰਿਕੁਆਇਰਮੈਂਟਸ ਹੋਰ ਨੇ। ਵਾਕਈ ਮੈਂ ਉਹੀ ਗੱਲ ਸੋਚਦਾ ਸੰਜੀਵ ਜੀ, ਦੇਖੋ ਜੇ ਅਸੀਂ ਇਜ਼ਰਾਈਲ ਦੀ ਗੱਲ ਕਰਦੇ ਹਾਂ ਤਾਂ ਬੜਾ ਛੋਟਾ ਮੁਲਕ ਹੈ ਹਾਂਜੀ, ਜਿੱਥੇ ਸ਼ਾਰਟ ਸਰਵਿਸ ਕੰਡੀਸ਼ਨਸ ਨੇ ਜਾਂ ਇਹ ਪ੍ਰੋਸੀਜਰ ਹੈ। ਉੱਥੇ ਨਾ ਮੁਲਕ ਛੋਟਾ ਹੈ ਤੇ ਤਾਕਤਵਰ ਮੁਲਕ ਹੈ ਹਾਂਜੀ, ਔਰ ਚਾਰੋਂ ਬੰਨਿਓਂ ਘਿਰਿਆ ਹੋਇਆ ਵੱਡੀਆਂ ਤਾਕਤਾਂ ਦੇ ਨਾਲ। ਉਹਨਾਂ ਨੂੰ ਲੱਗਦਾ ਹੈ ਕਿ ਜੇ ਸਾਡੇ ਮੁਲਕ ਨੇ ਆਪਣੀ ਹੋਂਦ ਬਰਕਰਾਰ ਰੱਖਣੀ ਹੈ ਤਾਂ ਇੱਥੇ ਹਰ ਕਿਸੇ ਨੂੰ ਹਥਿਆਰਬੰਦ ਹੋਣਾ ਪੈਣਾ। ਬਿਲਕੁਲ ਸਹੀ ਹੈ। ਇਸ ਕਰਕੇ ਤੁਸੀਂ ਟਰਕੀ ਲਾ ਲਓ, ਇਹ ਚੀਜ਼ ਲਾ ਲਓ, ਇਜ਼ਰਾਈਲ ਲਾ ਲਓ, ਇਹ ਰਸ਼ੀਆ ਲਾ ਲਓ, ਇੱਥੇ ਹਰ ਕਿਸੇ ਨੂੰ 2-2 3-3 ਸਾਲ ਜਿਹੜੇ ਨੇ ਉਹ ਉੱਥੇ ਲਾਉਣੇ ਪੈਂਦੇ ਨੇ ਕਿ ਮੌਕੇ ਤੇ ਆਵੇ ਤੇ ਉਸ ਚਾਹੇ ਪ੍ਰੋਫੈਸ਼ਨ ਉਹਦਾ ਹੋਵੇ ਨਾ ਹੋਵੇ। ਫਿਰ ਉੱਥੇ ਇੱਕ ਇਹ ਵੀ ਕੰਡੀਸ਼ਨ ਆ ਕਿ ਜਿੰਨੀ ਉਹਨਾਂ ਨੂੰ ਭਰਤੀ ਚਾਹੀਦੀ ਹੁੰਦੀ, ਪਰਮਾਨੈਂਟ ਭਰਤੀ ਨਾ, ਉਹ ਪੂਰਾ ਕੋਈ ਪ੍ਰੋਪਰ ਹੁੰਦੀ ਆ ਹਾਂਜੀ। ਜਾਣੇ ਕਿ ਜੇ 4 ਸਾਲ ਬਾਅਦ ਤੁਹਾਡਾ ਦਿਲ ਕਰਦਾ ਨਾ ਕਿ ਤੁਸੀਂ ਫੌਜ 'ਚ ਹੀ ਰਹਿਣਾ ਤਾਂ ਤੁਹਾਡਾ ਪੇਪਰ ਹੈ, ਤੁਸੀਂ ਪੇਪਰ ਦੇ ਕੇ ਫੌਜ 'ਚ ਰਹਿ ਸਕਦੇ। ਬਿਲਕੁਲ ਸਹੀ। ਇੱਥੇ ਨਹੀਂ, ਇੱਥੇ ਤਾਂ ਸਾਡੇ ਕੋਲੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਵੀ ਇੱਥੇ ਤਾਂ ਲਾਰਜੈਸਟ ਪਾਪੂਲੇਸ਼ਨ ਹੈ, ਸੈਕਿੰਡ ਲਾਰਜੈਸਟ ਪਾਪੂਲੇਸ਼ਨ ਹੈ ਦੁਨੀਆ ਦੀ। ਤੁਸੀਂ ਜਿਹੜੇ ਲੋਕਾਂ ਨੂੰ ਕਹਿੰਦੇ ਕਿ ਇਹ ਦੂਸਰੇ ਧੰਦੇ ਕਰ ਲੈਣਗੇ, ਭਾਈ ਜੇ ਤੁਸੀਂ ਦੂਸਰੇ ਧੰਦੇ ਹੀ ਮੁੜ ਕੇ ਲਾਉਣਾ ਹੈ ਤਾਂ ਦੂਸਰਾ ਧੰਦਾ ਕਿਸੇ ਹੋਰ ਨੂੰ ਦੇ ਦਿਓ। 4 ਸਾਲ ਦੀ ਤੁਸੀਂ ਆਰਮੀ ਦੀ ਸਰਵਿਸ ਤੋਂ ਬਾਅਦ ਕਿਹੜਾ ਦੂਸਰਾ ਧੰਦਾ ਕਰੋਗੇ? ਤੁਹਾਡੀ ਤਾਂ ਮਾਈਂਡ ਕੰਡੀਸ਼ਨਿੰਗ ਆਰਮੀ ਵਾਲੀ ਹੈ ਔਰ ਆਰਮੀ ਵਾਲੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਟ੍ਰਿਕਟ ਤੇ ਡਿਸਪਲਿਨ ਹੁੰਦੇ ਆ ਤੇ ਸਿਵਲ ਲਾਈਫ 'ਚ ਐਡਜਸਟ ਨਹੀਂ ਹੋਣਗੇ, ਬਹੁਤ ਮੁਸ਼ਕਿਲ, ਕਿਉਂਕਿ ਸਿਵਲ ਲਾਈਫ ਵਿੱਚ ਸਿਵਾਏ ਰਿਸ਼ਵਤ ਤੋਂ ਕੁਝ ਹੈ ਨਹੀਂ, ਔਰ ਆਰਮੀ ਲਾਈਫ ਦੇ ਵਿੱਚ ਸਿਵਾਏ ਇਮਾਨਦਾਰੀ ਤੋਂ ਕੁਝ ਹੈ ਨਹੀਂ ਕੁਝ। ਤੇ ਨਾਲੇ ਇਕਵਿਪਮੈਂਟਸ, ਉਹਨਾਂ ਕੋਲ ਮਸ਼ੀਨਰੀ, ਨਾਲ ਐਮੂਨੀਸ਼ਨ, ਨਾਲ ਗਨਸ, ਸਾਰੀ ਆਰਮਸ, ਇਹ ਚੀਜ਼ਾਂ ਲੈ ਕੇ ਸਿਵਲ ਲਾਈਫ 'ਚ ਕੋਈ ਲੜਕੀ ਥੋੜਾ ਕਰੇਗਾ ਉਹ ਆ ਕੇ। ਫਿਰ
ਜੋ ਫੌਜੀ ਹੋਏਗਾ, ਜੋ ਜਿਹਨੇ ਬੰਦੂਕਾਂ ਚਲਾਈਆਂ ਹੋਈਆਂ ਨੇ, ਜਿਹਨੇ ਫਾਈਟਰ ਪਲੇਨ ਉਡਾਏ ਹੋਏ ਨੇ, ਉਹਨੂੰ ਤੁਸੀਂ ਕਹੋ ਤੁਸੀਂ ਕਲਰਕ ਬਣ ਜਾਓ, ਬਣੇਗਾ? ਉਹਦਾ ਮਾਈਂਡਸੈਟ ਹੀ ਮੈਂ ਉਹੀ ਗੱਲ ਕਹਿ ਰਿਹਾ, ਇਹ ਕਹਿੰਦੇ ਕਿ ਇਹਦੇ ਨਾਲ ਨਾ ਮੌਕੇ ਪੈਦਾ ਹੋਣਗੇ, ਇਹ ਜਿਹੜੇ ਸਕਿਲਡ ਨੌਜਵਾਨ ਨਿਕਲ ਗਏ ਕਿਤੇ ਨੂੰ ਆਲਟਰਨੇਟਿਵ ਓਪਰਚੁਨਿਟੀਜ਼ ਹੋਣਗੀਆਂ। ਬਾਈ ਜੇ ਆਲਟਰਨੇਟਿਵ ਓਪਰਚੁਨਿਟੀਜ਼ ਤਾਂ ਹੈ, ਤਾਂ ਫਿਰ ਬਥੇਰੇ ਲੋਕ ਆ ਜਿਹੜੇ ਨਹੀਂ ਬਣਨਾ ਚਾਹੁੰਦੇ, ਜਿਹੜੇ ਨਹੀਂ ਇਸ ਪ੍ਰੋਫੈਸ਼ਨ 'ਚ ਜਾਣਾ ਚਾਹੁੰਦੇ, ਜਿਹੜੇ ਨਹੀਂ ਮਿਲਟਰੀ 'ਚ ਜਾਣਾ ਚਾਹੁੰਦੇ, ਜਿਹੜੇ ਨਹੀਂ ਆਰਮੀ 'ਚ ਜਾਣਾ ਚਾਹੁੰਦੇ, ਤੁਸੀਂ ਉਹਨਾਂ ਨੂੰ ਦਿਓ। ਇਹਦੇ 'ਚ ਇੱਕ ਟਵਿਸਟ ਵੀ ਰੱਖਿਆ ਹੋਇਆ ਹੈ ਕੀ ਕਿ 25% ਜਿਹੜੇ ਨੇ ਇਹਨਾਂ ਵਿੱਚੋਂ ਉਹ ਆਰਮੀ 'ਚ ਕੰਟੀਨਿਊ ਕਰਨਗੇ ਅਕੋਰਡਿੰਗ ਟੂ ਦੇਅਰ ਪਰਫਾਰਮੈਂਸ। ਅਸੀਂ ਸਿਲੈਕਟ ਕਰ ਲਾਂਗੇ 25% ਨੂੰ, ਬਾਕੀ 75% ਨੂੰ ਆਰਮੀ ਛੱਡਣੀ ਪਏਗੀ। ਫਿਰ ਉਹ ਕੀ ਕਰਨਗੇ? ਔਰ ਆਪਾਂ ਇੱਕ ਪਹਿਲਾਂ ਵੀ ਡਿਸਕਸ਼ਨ ਕਰ ਚੁੱਕੇ ਹਾਂ ਕਿ ਉਹਨਾਂ ਕੋਲ ਹਰ ਤਰ੍ਹਾਂ ਦੀ ਟ੍ਰੇਨਿੰਗ ਹੈ ਜੀ, ਅਸਲੇ ਦੀ ਟ੍ਰੇਨਿੰਗ ਹੈ। ਰੱਬ ਨਾ ਕਰੇ ਉਹ ਕਿਤੇ ਗਲਤ ਰਾਹ ਤੇ ਤੁਰ ਪਏ, ਆਓ ਤਾਂ ਫਿਰ ਕੀ ਕਰ ਲਾਂਗੇ? ਕੀ ਕਰ ਲਾਂਗੇ? ਉਹ ਤਾਂ ਜ਼ਿਆਦਾ ਪ੍ਰੋਫੈਸ਼ਨਲ ਹੋਣਗੇ। ਮਰਦਾ ਕੀ ਨਹੀਂ ਕਰਦਾ, ਜਿਹਨੇ 4 ਸਾਲ ਬਾਅਦ ਆਉਣਾ ਬਾਈ, ਰੋਜ਼ਗਾਰ ਨਾ ਹੋਇਆ ਤੇ ਉਹਨੂੰ ਕਿਸੇ ਨੇ ਲਾ ਲਿਆ ਵੀ ਤੈਨੂੰ ਕਰੋੜਾਂ ਰੁਪਈਏ ਦਿੰਦੇ, ਤੁਸੀਂ ਫਲਾਣੇ ਥਾਂ ਤੇ ਕਰਨਾ ਕੀ? ਕੁਛ ਨਹੀਂ ਕਰਨਾ, ਬੰਦੂਕ ਲੈ ਕੇ ਚੱਲ ਜਾਓ। ਫਿਰ ਨੈਚੁਰਲੀ ਜੇ ਉਹਨਾਂ ਦੀ ਜ਼ਰੂਰਤ ਹੈ ਕਿਉਂ ਨਹੀਂ ਜਾਏਗਾ? ਹੋ ਸਕਦਾ ਕਿ ਉਹ ਗਲਤ ਹੱਥਾਂ 'ਚ ਵਿੱਚ ਚਲਾ ਜਾਏ, ਔਰ ਇਹ ਵੀ ਹੋ ਸਕਦਾ ਕਿ ਉਹ ਨਾ ਜਾਵੇ, ਨਾ ਵੀ ਜਾਵੇ। ਨਹੀਂ, ਪੋਸੀਬਿਲਿਟੀ ਤਾਂ ਫਿਰ ਦੋਨੋਂ ਆ ਨਾ। ਰਿਸਕ ਇਜ਼ ਦੇਅਰ, ਹਾਂ, ਕਿਉਂਕਿ ਰਿਸਕ ਇਹ ਹੈ ਉਹਦੇ ਕੋਲ ਟ੍ਰੇਨਿੰਗ ਹੈਗੀ, ਉਹਦੇ ਕੋਲ ਟ੍ਰੇਨਿੰਗ ਹੈਗੀ। ਬਸ ਆਹ ਰਿਸਕ ਹੈ। ਔਰ ਉਹ ਟ੍ਰੇਨਿੰਗ ਕਿਤੇ ਗਲਤ ਇਸਤੇਮਾਲ ਹੋ ਗਈ ਦੈਨ ਵਾਟ? ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਸੋਚਣੀਆਂ ਪੈਣਗੀਆਂ। ਔਰ ਕਿਉਂਕਿ ਸਾਡੇ ਮੁਲਕ ਦੇ ਹਾਲਾਤ ਉਹਨਾਂ ਵਿਦੇਸ਼ੀ ਮੁਲਕਾਂ ਵਰਗੇ ਨਹੀਂ ਹੈਗੇ ਜਿੱਥੋਂ ਦੀਆਂ ਆਪਾਂ ਨਕਲਾਂ ਮਾਰ ਰਹੇ ਹਾਂ, ਸਕੀਮਾਂ ਲਾਗੂ ਕਰਦੇ ਪਏ ਹਾਂ। ਅੱਗੇ ਕਿੰਨੀਆਂ ਕਾਮਯਾਬ ਹੋ ਗਈਆਂ ਨੇ, ਬਾਹਰ ਦੀਆਂ ਸਕੀਮਾਂ ਅਸੀਂ ਲਾਗੂ ਕਰਕੇ ਦੇਖੀਆਂ ਨੇ, ਕਿੰਨੀ ਕਾਮਯਾਬੀ ਮਿਲ ਗਈ। ਮੈਨੂੰ ਲੱਗਦਾ ਕਿ ਮੋਦੀ ਸਾਹਿਬ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ। ਇਦਾਂ ਲੱਗਦਾ ਨਾ ਵੀ ਹੁਣ ਸਾਡੀਆਂ ਇੱਥੇ ਪੰਜਾਬ ਤੋਂ ਲੋਕੀ ਨਵੇਂ ਕਿਤੇ ਕਿਸੇ ਹੋਟਲ ਹਾਟਲ 'ਚ ਜਾਣ ਜਾਂ ਕਿਸੇ ਨਵੇਂ ਕਿਤੇ ਕੋਈ ਚੀਜ਼ ਸਿੱਖ ਕੇ ਆਉਣ, ਉਹ ਉਵੇਂ ਆ ਕੇ ਲਾ ਦਿੰਦੇ ਆ। ਕਿਸੇ ਵੇਲੇ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਮਸ਼ੀਨੀਕਰਨ ਹੈ ਨਾ ਉਹ ਭਾਰਤ ਨੂੰ ਸੂਟ ਨਹੀਂ ਕਰੇਗਾ। ਭਾਰਤ ਨੂੰ ਮਸ਼ੀਨੀਕਰਨ ਉਹਨਾਂ ਕੀ ਸੂਟ ਕਰੇਗਾ ਜਿੰਨਾ ਆਬਾਦੀ ਦੇ ਵਿੱਚ ਜੈਲ ਹੋ ਜਾਵੇ, ਆਬਾਦੀ ਨੂੰ ਸੰਤੁਲਨ ਬਖਸ਼ੇ ਔਰ ਆਬਾਦੀ ਨੂੰ ਰੋਜ਼ਗਾਰ ਮਿਲੇ, ਹੱਥਾਂ ਨੂੰ ਕੰਮ ਮਿਲੇ। ਜੇ ਤੁਸੀਂ ਜ਼ਿਆਦਾ ਇੰਡਸਟਰੀ ਲਗਾ ਦਿੱਤੀ ਤਾਂ ਇੱਥੇ ਕੀ ਹੈ ਕਿ ਸਾਰਾ ਕੁਝ ਮਸ਼ੀਨਰੀਕਰਨ ਹੋ ਜਾਏਗਾ ਤੇ ਲੋਕ ਵਿਹਲੇ ਹੋ ਜਾਣਗੇ, ਬੇਰੋਜ਼ਗਾਰੀ ਆ ਜਾਏਗੀ। ਇੰਡਸਟਰੀ ਜ਼ਰੂਰ ਲਗਾਓ, ਪਰ ਇਦਾਂ ਦੀ ਲਗਾਓ ਕਿ ਲੋਕ ਉਹਦੇ 'ਚ ਵੱਧ ਤੋਂ ਵੱਧ ਰੋਜ਼ਗਾਰ ਮਿਲੇ, ਇਨਵੋਲਵ ਹੋਣ। ਬਟ ਨਹੀਂ, ਆਟੋਮੈਟਿਕ ਕਰਦੇ ਰਹੇ। ਹੁਣ ਆ ਦੇਖੋ ਬੇਰੋਜ਼ਗਾਰੀਆਂ ਦੀ ਫੌਜ ਖੜੀ ਹੋ ਗਈ। ਔਰ ਡਾਕਟਰ ਰਾਮ ਮਨੋਹਰ ਲੋਹੀਆ ਔਰ ਇਸ ਤਰ੍ਹਾਂ ਦੇ ਹੋਰ ਵੀ ਡਾਕਟਰ BR ਅੰਬੇਦਕਰ, ਉਹਨਾਂ ਨੇ ਵੀ ਇਸ ਗੱਲ ਦਾ ਕੀਤਾ। ਈਵਨ ਮਹਾਤਮਾ ਗਾਂਧੀ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ, ਉਹਨਾਂ ਨੇ ਵੀ ਕਿਤੇ ਨਾ ਕਿਤੇ ਆਪਣੀਆਂ ਰਾਈਟਿੰਗਸ ਦੇ ਵਿੱਚ ਇਹ ਜ਼ਿਕਰ ਕੀਤਾ। ਆਧੁਨਿਕਰਨ ਹੋਣਾ ਚਾਹੀਦਾ, ਮਾਡਰਨਾਈਜੇਸ਼ਨ ਹੋਣੀ ਚਾਹੀਦੀ ਹੈ, ਪਰ ਦੇਸ਼ ਦੀ ਹਾਲਾਤ ਨੂੰ ਦੇਖਦੇ ਹੋਏ ਕਿ ਬੇਰੋਜ਼ਗਾਰੀ ਨਾ ਪੈਦਾ ਹੋ ਜਾਏ, ਕਿਉਂਕਿ ਬੇਰੋਜ਼ਗਾਰੀ ਆਪਣੇ ਆਪ ਵਿੱਚ ਅਪਰਾਧ ਨੂੰ ਜਨਮ ਦਿੰਦੀ ਹੈ। ਵਾਕਈ। ਸੋ ਦੇਖੋ, ਮੈਂ ਉਹੀ ਗੱਲ ਕਹਿ ਰਿਹਾ ਵੀ ਬੜੇ ਸਾਰੇ ਡਿਸੀਜਨ ਇੱਦਾਂ ਲੱਗਦੇ ਜਿਹੜੇ ਬੜੇ ਹਫੜਾ ਦਫੜੀ 'ਚ ਲੈ ਲਏ। ਜਿਵੇਂ ਹੁਣ ਪਿੰਡ ਵਾਲੀ ਬੀਬੀ ਅਮਰੀਕਾ ਚੱਲ ਜਾਵੇ ਤਾਂ ਉੱਥੇ ਗੋਰੀ ਕਿਵੇਂ ਕਹਿੰਦੀ ਹੈ ਨਾ, ਹੈਲੋ ਹਾਊ ਯੂ ਡੂਇੰਗ, ਉਹ ਉੱਦਾਂ ਹੀ ਆ ਕੇ ਬੋਲਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਕਈ ਵਾਰ ਫਿਰ ਉਹ ਬੋਲ ਗਲਤ ਹੋ ਜਾਂਦਾ ਨਾ, ਉਹ ਫਿਰ ਸਿਸਟਮ ਦੇ ਹਿਸਾਬ ਦੇ ਨਾਲ ਚੱਲਦਾ ਆ, ਔਰ ਇਸ ਕਰਕੇ ਟਾਈਪ ਚੀਜ਼ਾਂ ਹੁਣ ਉਹ ਇੱਥੇ ਸੂਟ ਨਹੀਂ ਕਰਦੀਆਂ। ਲੋਕੀ ਮਜ਼ਾਕ ਉਡਾਉਂਦੇ ਆ। ਹੁਣ ਇੱਥੇ ਵੀ ਇਦਾਂ ਹੀ ਆ ਕਿ ਨਰਿੰਦਰ ਮੋਦੀ ਸਾਹਿਬ ਹੁਣ ਨੇ ਸੁਣਿਆ ਵੀ ਮੁਲਕ ਤਾਂ GST ਲਾਉਂਦੇ, ਇੱਥੇ ਵੀ ਲਾ ਦਿਓ। ਨਾ ਉਹਦਾ ਅੱਗਾ ਪੜਿਆ ਨਾ ਪਿੱਛਾ ਪੜਿਆ। ਉਹਨਾਂ ਨੇ ਸੋਚਿਆ ਕਰੋਨਾ ਦੇ ਉੱਤੇ ਸਾਰੇ ਮੁਲਕ ਜਿਹੜੇ ਆ ਪਾਬੰਦੀਆਂ ਲਾ ਦਿੰਦੇ ਆ ਜੀ, ਬੰਦ ਕਰ ਦਿੰਦੇ ਆ, ਕਲੋਜ਼ ਹੋ ਜਾਂਦਾ, ਲਾਕਡਾਊਨ ਹੋ ਜਾਂਦਾ, ਲਾ ਦਿਓ। ਦੇ ਕੁਛ ਨਹੀਂ ਪੜਿਆ ਉਹਦਾ ਅੱਗੇ ਪਿੱਛੇ ਰੈਪੀਕੇਸ਼ਨ, ਬਸ ਸੋਚ ਗਿਆ ਤੇ ਲਾ ਦਿੱਤਾ। ਮੈਨੂੰ ਲੱਗਦਾ ਹੈਲਥ ਮਿਨਿਸਟਰੀ ਤੋਂ ਵੀ ਨਹੀਂ ਉਹਨਾਂ ਨੇ ਸੁਝਾਅ ਲਿਆ ਹੋਣਾ। ਨੋਟਬੰਦੀ ਆਪ ਬੜੇ ਧੜੱਲੇ ਨਾਲ ਆਉਂਦੇ ਆ, ਜਦੋਂ ਪੂਰੀ ਤਰ੍ਹਾਂ ਨੋਟਬੰਦੀ ਫੇਲ ਹੁੰਦੀ ਫਿਰ ਜ਼ਿੰਮੇਵਾਰੀ ਲੈਣ ਵੀ ਨਹੀਂ ਆਉਂਦੇ। ਐਦਾਂ ਆ ਵੀ ਕਿਸੇ ਤੋਂ ਸੁਣਿਆ ਮੈਨੂੰ ਫਟ ਲਾ ਦੇਵਾਂ, ਐਦੋਂ ਪਹਿਲਾਂ ਸ਼ਰੀਕ ਕਰ ਲੈਣ, ਮੈਂ ਹੀ ਦੱਸਦਾ ਕਿ ਮੈਂ ਹੀ ਰਾਜਾ ਹਾਂ। ਉਹ ਚੀਜ਼ਾਂ ਵੀ ਸਾਨੂੰ ਮੈਨੂੰ ਲੱਗਦਾ ਲੈ ਬੈਠੀਆਂ ਸੰਜੀਵ ਜੀ। ਔਰ ਅਗਨੀਪਥ ਵੀ ਉਵੇਂ ਹੀ ਜਿਵੇਂ ਬਾਹਰ ਦੇ ਮੁਲਕਾਂ 'ਚ ਹੈ। ਹਾਂ, ਵੀ ਇੱਦਾਂ ਦਾ ਸ਼ਾਰਟ ਸਰਵਿਸ ਕਮਿਸ਼ਨ ਹੈਗਾ ਤੇ ਉਹ ਇੱਕ ਨਵਾਂ ਨਾਂ ਲੱਭ ਕੇ ਅਗਨੀਵੀਰ। ਸੈਲੀਬ੍ਰਿਟੀ ਸ਼ੈਫ ਸੁਣੇ ਸੀਗੇ, ਸੈਲੀਬ੍ਰਿਟੀ ਜਿਹੜੇ ਸਟਾਈਲਿਸਟ ਸੁਣੇ ਸੀਗੇ। ਇਹ ਸੈਲੀਬ੍ਰਿਟੀ ਪੋਲੀਟੀਸ਼ੀਅਨ ਆ। ਯੈਸ, ਮਤਲਬ ਇਹਨਾਂ ਨੂੰ ਫਿਲਮਾਂ ਵਾਲੇ ਨਾ ਚਾਹੀਦੇ ਤੇ ਫਿਲਮਾਂ ਵਾਲੇ ਲੋਕ ਆਸੇ ਪਾਸੇ ਚਾਹੀਦੇ ਆ। ਬੜੀ ਸੋਹਣੀ ਐਕਟਿੰਗ ਕਰਦੇ ਆ ਇਹ। ਬਿਲਕੁਲ ਸਹੀ ਗੱਲ ਹੈ। ਬਲਕਿ ਬਕਾਇਦਾ ਬਾਹਰਲੇ ਮੁਲਕਾਂ ਤੋਂ ਸਿੱਖੋ, ਜਿਹੜੀਆਂ ਵਧੀਆ ਚੀਜ਼ਾਂ ਨੇ ਅਪਣਾਓ, ਪਰ ਆਪਣੇ ਮੁਲਕ ਦੇ ਕਲਚਰ ਦੇ ਮੁਤਾਬਿਕ, ਮੁਲਕ ਦੀ ਰਿਕੁਆਇਰਮੈਂਟ ਦੇ ਮੁਤਾਬਿਕ। ਇਹ ਨਹੀਂ ਕਿ ਕੱਟ ਕਾਪੀ ਪੇਸਟ ਉਹੀ ਕੁਝ ਕਰੀ ਜਾਓ। ਨੋ, ਨਾਟ ਐਟ ਆਲ। ਔਰ ਇਹ ਮੈਨੂੰ ਤੁਹਾਡਾ ਨਾ ਜਿਹੜਾ ਇਹ ਮਾਤਾ ਜੀ ਇੱਕ ਗਏ ਸੀ ਜਿਹੜੇ ਅਮਰੀਕਾ, ਉੱਥੋਂ ਸਿੱਖ ਕੇ ਆਏ, ਮੈਨੂੰ ਇੱਕ ਗੱਲ ਯਾਦ ਆਈ। ਉੱਥੇ ਆਪਾਂ ਹੁਣ ਪ੍ਰੋਗਰਾਮ ਦਾ ਸਮਾਪਨ ਕਰਾਂਗੇ, ਇੱਦਾਂ ਹੀ ਸਿੱਖ ਕੇ ਆਏ। ਨਹੀਂ, ਮਾਤਾ ਜੀ ਨਹੀਂ ਸੀ, ਮੈਂ ਬੁੱਢੀ ਕਿਹਾ। ਇਹ ਮਾਲਵੇ ਵਾਲੇ ਮਾਝੇ ਵਾਲੇ ਨਾ ਆਪਦੀ ਬੋਟੀ ਨੂੰ ਬੁੱਢੀ ਕਹਿੰਦੇ ਆ। ਅੱਛਾ, ਅੱਜ ਮੈਂ ਉੱਧਰ ਗਿਆ ਸੀ। ਉੱਧਰ ਗਿਆ ਸੀ। ਅੱਛਾ। ਸੋ ਇੱਦਾਂ ਹੀ ਉਹ ਸਿੱਖ ਕੇ ਆਏ। ਗੁੱਡ ਮਾਰਨਿੰਗ ਬੜਾ ਦਿਮਾਗ 'ਚ ਬਿਠਾ ਲਿਆ।
ਘਰ ਆ ਕੇ ਕਹਿੰਦੇ ਮੈਂ ਕਿਹਾ ਜੀ ਗੋਡਾ ਮਾਰਨੀ ਆ ਤੇ ਫਿਰ ਗੋਡਾ ਮਾਰ ਨਹੀਂ ਹੋ ਗਿਆ। ਉਹ ਗੋਡਾ ਮਾਰਨੀ ਹੋ ਗਿਆ ਫਿਰ। ਸੋ ਇਦਾਂ ਦਾ ਗੋਡਾ ਨਹੀਂ ਮਾਰਨਾ ਆਪਾਂ, ਗੁੱਡ ਮਾਰਨਿੰਗ ਆਪਾਂ ਸਤਿ ਸ਼੍ਰੀ ਅਕਾਲ ਬੁਲਾ ਲਈਏ ਤਾਂ ਜ਼ਿਆਦਾ ਅੱਛਾ ਹੈ ਗੋਡਾ ਮਾਰਨਾ। ਗੋਡਾ ਮਾਰਨੀ ਨਹੀਂ ਆਉਂਦੀ। ਠੀਕ ਹੈ ਜੀ, ਅਸੀਂ ਹੁਣ ਵੈਸੇ ਤੁਹਾਨੂੰ ਗੁੱਡ ਨਾਈਟ ਕਹਿਣ ਵਾਲੇ ਹਾਂ ਕਿਉਂਕਿ ਸਾਡਾ ਸਮਾਂ ਜਾਣ ਦਾ ਹੈ ਨਾ, ਇਹ ਆਗਾਜ਼ ਕਰਨ ਦਾ ਨਹੀਂ ਹੈਗਾ। ਸੋ ਲਗਾਤਾਰ ਕੋਸ਼ਿਸ਼ ਹੁੰਦੀ ਹੈ ਕਿ ਖਬਰਾਂ ਦੇ ਉੱਤੇ ਤਬਸਰਾ ਕਰਦੇ ਰਹੀਏ। ਅੱਜ ਕੱਲ੍ਹ ਸੰਜੀਵ ਸਾਹਿਬ ਹੁਣੀ ਸਿੰਘ ਸੱਜ ਗਏ ਨੇ ਤਾਂ ਫਿਰ ਅਸੀਂ ਦੋਹੇ ਸਿੰਘ ਇਕੱਠੇ ਬੈਠ ਕੇ ਤੇ ਤਬਸਰੇ ਕਰਿਆ ਕਰਨੇ ਖਬਰਾਂ ਦੇ ਉੱਤੇ। ਬਿਲਕੁਲ ਜੀ। ਫਿਲਹਾਲ ਸਾਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।